बहुत बहुत स्वागत है जी। मैं हाँ हरजोत कौर, तुसीं वेख रहे हो तुहाडा अपना मनपसंद इमीग्रेशन शो उडारी विदेशां नूं। सो अज गल करन जा रहे हैं कैनेडा लई ते जिहड़े स्टूडेंट्स हुण 23 दे पास आउट स्टूडेंट ने, हुण रिजल्ट आ जाना थोड़े चिर बाद, ते ओह किहड़े ढंग नाल सही तरीके नाल अप्लाई करन ताकि फस्ट अटैम्प्ट विच तुहाडा वीज़ा आए। गल उन्हां लई भी करांगे जिहड़े पहला रिफ्यूजल फेस कर चुके ने, उन्हां लई किस तरह दी ऑप्शनस ने, ते नाल दी नाल स्कूलिंग वीज़ा दी भी गल करांगे। पेरेंट्स लई कुछ खास है, की खास है ਉਹ जो ਤੁਸੀਂ प्रोग्राम देखोगे उसदे भी ਤੁਹਾਨੂੰ डिटेल ਵਿੱਚ ਪਤਾ ਚੱਲੇਗਾ। ਤੇ ਅੱਜ ਦੀ ਇਹ ਸਾਰੀ ਡਿਸਕਸ਼ਨ ਦੇ ਲਈ, ਅੱਜ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ EIFS ਇਮੀਗ੍ਰੇਸ਼ਨਸ ਤੋਂ ਵੀਜ਼ਾ ਐਕਸਪਰਟ ਮਿਸਟਰ ਲਵਿਸ਼ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਦੀ ਗੱਲ ਕਰ ਰਹੇ ਹਾਂ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੁਣ ਰੀਸੈਂਟ ਸਟੂਡੈਂਟ ਹੈ +2 ਵਾਲਾ, ਪੇਪਰ ਦੇ ਕੇ +2 ਦੇ ਹੁਣ ਉਹ ਰੈਡੀ ਨੇ ਕਿ ਅਸੀਂ ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧੀਏ। ਸੋ ਮੈਂ ਜ਼ਰੂਰ ਚਾਹੂੰਗੀ ਸਟਾਰਟਿੰਗ ਵਿੱਚ ਆਪਾਂ ਜ਼ਰੂਰ ਸਟੂਡੈਂਟਸ ਨੂੰ ਦਸੀਏ ਸਹੀ ਪ੍ਰੋਸੈਸ ਕਿਵੇਂ स्टूडेंट स्टार्ट करन, किहड़ी गल्लां दा ध्यान रखन। जी बिल्कुल, देखो सब तो पहला मैं प्राइमरी गल करना, जो हुण मैं पिछले 1.5 महीने तो देख रहा साडे कोल बहुत ज़्यादा क्वेश्चन आ रहा है कि बच्चे किहड़ा आइल्स दा एग्जाम देण। बिल्कुल, बिकॉज प्राइमरी हुण जो मैं मतलब लास्ट 12 साल तो इस इंडस्ट्री दे विच हैगा, बच्चों नूं गाइड कर रहा, कंसल्ट कर रहा, इदां ही हुण मैं देखा कि बच्चों का रुझान जो PT की तरफ ज़्यादा जा रहा है। इनफैक्ट बच्चों के मन च गल बैठ चुकी है कि आइल्स का स्कोर नहीं आंदा, PT ईजी है। ਇੱਦਾਂ ਦਾ ਕੁਛ ਵੀ ਨਹੀਂ ਹੈਗਾ ਕਿ PT ਈਜ਼ੀ ਹੈਗੀ ਹੈ। ਐਕਚੁਅਲੀ PT ਦਾ ਕੀ ਹੈ ਕਿ ਸਲੈਬਸ ਹੈ, ਜਿੱਦਾਂ 48 to 54 ਆ ਗਏ, ਬੱਚਾ ਇਹ ਸੋਚਦਾ ਮੇਰੇ 6 ਬੈਂਡ ਆ ਗਏ, ਪਰ ਬੱਚੇ ਨੂੰ ਉਹ ਚੀਜ਼ ਧਿਆਨ ਰੱਖਣੀ ਚਾਹੀਦੀ ਹੈ ਕਿ ਉਹ STS ਚੈੱਕਲਿਸਟ ਦੇ ਵਿੱਚ ਇੱਦਾਂ ਨਹੀਂ ਆਏਗਾ। ਹਰ ਕੰਟਰੀ ਵਾਸਤੇ ਅਲੱਗ-ਅਲੱਗ ਕ੍ਰਾਈਟੇਰੀਆ ਹੈ। ਜੇ ਤੁਹਾਡਾ ਪ੍ਰਾਇਮਰੀ ਫੋਕਸ ਕੈਨੇਡਾ ਹੈ ਦੈਨ ਗੋ ਫੋਰ ਆਇਲਸ, ਫਿਰ ਤੁਸੀਂ ਆਇਲਸ ਹੀ ਕਰਨੀ ਹੈ। ਠੀਕ ਹੈ। PT ਦੇ ਨਾਲ ਆਪਾਂ ਨੌਨ STS ਚੈੱਕਲਿਸਟ ਦੇ ਵਿੱਚ ਜਾਂਦੇ ਹਾਂ ਔਰ ਵੀਜ਼ਾ ਵੀ ਆਉਂਦਾ ਹੈ। ਮੇਰਾ ਹੁਣ ਇੱਕ ਸੈਟਰਡੇ ਨੂੰ ਅਪਰੂਵਲ ਆਇਆ, PT ਦੇ ਨਾਲ ਹੀ ਆਇਆ। ਠੀਕ ਹੈ ਜੀ। ਲੇਕਿਨ ਮੈਂ ਆਇਲਸ ਪ੍ਰਾਇਮਰੀ ਇਸ ਕਰਕੇ ਕਹਿ ਰਿਹਾ ਤਾਂ ਬੱਚਿਆਂ ਨੂੰ ਕਿ ਤੁਸੀਂ STS ਚੈੱਕਲਿਸਟ ਵਿੱਚ ਆ ਸਕਦੇ ਹੋ, ਜਿੱਥੇ ਕਿ ਤੁਹਾਨੂੰ ਡਾਕੂਮੈਂਟੇਸ਼ਨ ਘੱਟ ਜਾਏਗੀ। ਅਦਰ ਕੋਈ ਰੀਜ਼ਨ ਨਹੀਂ ਹੈ। ਜਦੋਂ ਆਪਾਂ ਨੌਨ STS ਚੈੱਕਲਿਸਟ ਵਿੱਚ ਜਾਂਦੇ ਹਾਂ ਫਿਰ ਸਾਨੂੰ ਫਾਈਨੈਂਸ਼ੀਅਲਸ ਵਗੈਰਾ ਦੀ ਰਿਕੁਆਇਰਮੈਂਟ ਆ ਜਾਂਦੀ ਹੈ। ਜੇਕਰ ਬੱਚਿਆਂ ਦੇ ਮਨ 'ਚ ਆਸਟ੍ਰੇਲੀਆ UK ਹੈ ਫਿਰ ਤੁਸੀਂ PT ਵੱਲ ਜਾ ਸਕਦੇ ਹੋ। ਜੀ। ਤਾਂ ਪ੍ਰਾਇਮਰੀ ਆਪਣਾ ਐਗਜ਼ਾਮ ਜੋ ਹੈਗਾ इस टाइम उस चीज़ का फोकस करो, बिकॉज आइल्स का स्कोर क्रैक करना इस टाइम बहुत जरूरी है। ਆਪਾਂ UK ਦਾ ਦੇਖਿਆ, ਹੁਣ ਆਸਟ੍ਰੇਲੀਆ ਦਾ ਵੀ ਦੇਖਿਆ ਕਿ ਜੋ ਪਹਿਲਾਂ ਘੱਟ 2 5.5 ਦੇ ਉੱਤੇ ਵੀ ਅਸੈਪਟੈਂਸ ਆਉਂਦੀ ਸੀ L1 ਦੇ ਵਿੱਚ, ਉਹ ਹੁਣ GT ਪ੍ਰੋਸੈਸਿੰਗ ਦੇ ਵਿੱਚ ਰੁਕ ਰਿਹਾ ਹੈ। ਜੀ। ਆਸਟ੍ਰੇਲੀਆ ਦੇ ਵਿੱਚ ਬੱਚਿਆਂ ਨੂੰ ਇੰਟਰਵਿਊ ਆ ਰਿਹਾ ਹੈ, ਜਦੋਂ GT ਪ੍ਰੋਸੈਸ ਕਰ ਰਹੇ ਉਹਨਾਂ ਨੂੰ ਕਾਲਸ ਆ ਰਹੇ, ਉਹਨਾਂ ਨੂੰ ਕੁਐਸਚਨ ਆਨਸਰ ਪੁੱਛਿਆ ਜਾ ਰਿਹਾ ਹੈ। ਤੇ ਆਪਣਾ ਪ੍ਰਾਇਮਰੀ ਫੋਕਸ ਜੋ ਇੱਕ ਲਿਸਨਿੰਗ ਔਰ ਸਪੀਕਿੰਗ ਦੀ ਤਰਫ ਜ਼ਰੂਰ ਰੱਖਣ। ਆਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਹੈ, ਲਿਸਨਿੰਗ ਔਰ ਸਪੀਕਿੰਗ। ਬਿਕੋਜ਼ ਜਦੋਂ ਤੁਹਾਡਾ ਇੰਟਰਵਿਊ ਆਏਗਾ, ਕਾਲ ਆਏਗੀ, ਤੁਸੀਂ ਆਪ ਉਹਨਾਂ ਦੀ ਗੱਲ ਸੁਣ ਕੇ, ਕੁਐਸਚਨ ਸੁਣ ਕੇ ਆਨਸਰ ਦੇਣਾ ਹੈ। ਤਾਂ ਜੋ ਵੀ 2023 ਜੋ ਮੈਂ ਉਹਨੇ ਕੁਐਸਚਨ ਪੁੱਛਿਆ ਸੀ, 23 ਪਾਸ ਆਊਟ ਬੱਚਾ ਹੈ, ਹੁਣ ਅਗਲਾ ਆਪਣਾ ਪਲਾਨ ਬਣਾ ਰਿਹਾ ਹੈ। ਹੁਣ ਪਹਿਲਾਂ ਉਹ ਪ੍ਰਾਇਮਰੀ ਫੋਕਸ ਕਰੇ ਕਿ ਮੈਂ ਇੰਗਲਿਸ਼ ਦਾ ਐਗਜ਼ਾਮ ਦੇਣਾ ਹੈ। ਜੀ। ਜੇਕਰ ਤੁਸੀਂ ਇੰਗਲਿਸ਼ ਦਾ ਐਗਜ਼ਾਮ ਨਹੀਂ ਦੇ ਸਕਦੇ ਹੋ ਫਿਰ ਵੀ ਤੁਹਾਡੇ ਕੋਲ ਰਾਹ ਹੈਗੀ ਹੈ। CBSE ਜੇ ਤੁਸੀਂ ਪਾਸ ਆਊਟ ਹੋ, 65% ਅਬਵ ਮਾਰਕਸ ਹੈ, ਤੁਸੀਂ UK ਕਰ ਸਕਦੇ ਹੋ ਵਿਦਾਊਟ ਇੰਗਲਿਸ਼ ਐਗਜ਼ਾਮ। ਨਹੀਂ ਤਾਂ ਦੂਜਾ ਰਾਹ ਸਾਡੇ ਕੋਲ USA ਦਾ ਹੈਗਾ ਹੈ, ਲੇਕਿਨ USA ਵੀ ਡੂਲਿੰਗੋ ਤੁਹਾਡੇ ਤੋਂ ਮੰਗੇਗਾ। जी बिल्कुल बिल्कुल, मैं इत्थे गल करना चाहूँगी, तुसी आइल्स नूं लैके बिल्कुल क्लैरिटी दित्ती है कि ज़्यादा फोकस आइल्स ते करन, पर जिहड़े PT भी करदे ने उन्हां लई भी कितना बैंड स्कोर जरूरी होना चाहिए जेकर वो कैनेडा लई अप्लाई करना चाहुंदे ने। जी कैनेडा देखो, मेरा जो पिछला अप्रूवल सीगा वो सीगा 56 नॉट लैस दैन 51। ओके, ठीक है। जो मेरी एक परसनल रिकमेंडेशन हैगी है ਸਾਰੇ ਬੱਚਿਆਂ ਨੂੰ ਕਿ ਜੇ ਤੁਸੀਂ ਕੈਨੇਡਾ ਜਾਣਾ ਹੈ ਔਰ ਆਇਲਸ ਦੇ ਉੱਤੇ ਨਹੀਂ ਕਰਕੇ PT ਕਰਨਾ ਚਾਹੁੰਦੇ ਹੋ, ਆਪਣਾ ਪ੍ਰਾਇਮਰੀ ਫੋਕਸ ਤੁਸੀਂ ਰੱਖੋ 57 ਨਾਟ ਲੈਸ ਦੈਨ 52। ਦੇਖੋ ਆਪਾਂ ਤੇ ਫਾਈਲ ਦੀ ਪ੍ਰੈਜੈਂਟੇਸ਼ਨ ਕਰਨੀ ਹੈ, 51 ਤੇ ਵੀ ਆਪਾਂ ਵੀਜ਼ਾ ਆਉਂਦਾ ਦੇਖਿਆ ਜਿੱਦਾਂ ਮੈਂ ਹੁਣ ਤੁਹਾਨੂੰ ਦੱਸਿਆ, ਲੇਕਿਨ ਜੋ ਇੱਕ ਮੇਰੀ ਆਪਣੀ ਪਰਸਨਲ ਰਿਕਮੈਂਡੇਸ਼ਨ ਹੀ ਹੈਗੀ ਹੈ ਕਿ 57 ਨਾਟ ਲੈਸ ਦੈਨ 52 ਤੁਸੀਂ PT ਦਾ ਸਕੋਰ ਲੈਣਾ ਹੈ। ਇਹਦੇ ਸਿਰਫ ਇੰਨੀ ਗੱਲ ਹੈਗੀ ਹੈ ਕਿ ਜਦੋਂ ਆਪਣਾ ਕਈ ਵਾਰ ਸਕੋਰ ਥੋੜਾ ਘੱਟ ਰਹਿ ਜਾਵੇ, ਸਾਡੇ ਕੋਲ ਨੰਬਰ ਆਫ ਕਾਲਜਿਸ ਔਰ ਕੋਰਸਿਸ ਚॉइस घट जाती है थोड़ी जी। हमेशा EIFS की इो कोशिश रही है कि जो भी बच्चे साडे राहीं अप्लाई करते हैं उन्होंने आप 1 2 3 कोर्सिज और 3 4 कॉलेजेस का ऑप्शन दईए। तो जेकर पॉइंट साडा घट जाता है तो जो मैं तुहानूं 4 ऑप्शन दे सकना कोर्स ਦੀਆਂ हो सकदियां 2 ही रह जाण। जी 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 बिल्कुल। सो जरूर तुसी सारा इन्हां गल्लां दा ध्यान रखना है। बाकी तुहाडा अपना कोई सवाल है तो जरूर इस नंबर ते कॉल करो जिहड़ा असीं डिस्पले कीता होया है। EIFS इमीग्रेशन दी टीम दे नाल टाइमली कॉन्टैक्ट करके सही ऑप्शनस पता करके अगे वधो। सो आपां सैप्टेंबर इनटेक दी भी गल जरूर कर लईए। हुण स्टूडेंट्स ने उहदे लई ही तैयारी करनी है, पर इस तैयारी दे विच किस शुरुआत है तुसी दस दित्ता इंग्लिश या PT दी अगर तैयारी करनी है तो सही ढंग नाल अगे वधन। अगर आपां डॉक्यूमेंट्स दी भी गल कर लईए, फंड्स नूं लैके या फीसिस नूं लैके भी तैयारी दी गल कर लईए तो की
ਕਹੋਗੇ ਸੈਪਟੈਂਬਰ ਇਨਟੇਕ ਲਈ? ਜੀ ਦੇਖੋ, ਕੈਨੇਡਾ ਦਾ ਐਕਸਪੈਂਸ ਵੈਸੇ ਤਾਂ ਸਾਰਿਆਂ ਨੂੰ ਪਤਾ ਹੈ, ਪਰ ਫਿਰ ਵੀ ਇੱਕ ਤੁਹਾਡਾ GIC ਜੋ ਕਿ 6.5 ਲੱਖ ਆਸ-ਪਾਸ ਜਾਂਦਾ ਹੈ, $10,200। ਦੂਸਰਾ ਤੁਸੀਂ ਆਪਣਾ ਸੋਚ ਕੇ ਚੱਲਣਾ ਕਿ $14,000 ਤੋਂ 18 ਤੋਂ 19,000 ਡਾਲਰ ਦੇ ਵਿੱਚ ਸਾਡੇ ਕੋਲ ਫੀਸ ਆ ਸਕਦੀ ਹੈ। AFS ਤੁਹਾਡੇ ਵਾਸਤੇ ਸਪੈਸ਼ਲੀ ਜੇ ਤੁਸੀਂ ਬੈਚਲਰਸ ਡਿਗਰੀ ਇਨ ਹੌਸਪਿਟੈਲਿਟੀ ਮੈਨੇਜਮੈਂਟ ਕਰਦੇ ਹੋ, ਸਰੀ ਦੇ ਵਿੱਚ ਕਾਲਜ ਲੈ ਕੇ ਆਇਆ ਜੋ ਕਿ ਐਕਸਲਰੇਟਿਡ ਫਾਰਮ ਦੇ ਵਿੱਚ ਤੁਹਾਡੀ ਡਿਗਰੀ ਰਹੇਗੀ। 4 ਸਾਲ ਦੀ ਡਿਗਰੀ ਹੈ, ਕ੍ਰੈਡਿਟ ਤੁਹਾਨੂੰ 121 ਮਿਲਣਗੇ ਪੂਰੇ ਦੇ ਪੂਰੇ ਡਿਗਰੀ ਦੇ, ਲੇਕਿਨ ਉਹ ਤੁਸੀਂ ਇੱਕ ਸਬਜੈਕਟ ਪਰ ਟਰਮ ਦੇ ਵਿੱਚ ਐਕਸਟਰਾ ਐਡ ਕਰਕੇ ਉਹਨੂੰ ਤੁਸੀਂ 2.5 ਸਾਲ ਦੇ ਵਿੱਚ ਕੰਪਲੀਟ ਕਰ ਸਕਦੇ ਹੋ। ਬੈਨੀਫਿਟ ਕੀ ਹੈ ਕਿ ਇਹਦੀ ਫੀਸ ਤੁਹਾਡੇ ਬਹੁਤ ਪਾਕਟ ਫ੍ਰੈਂਡਲੀ ਹੋਏਗੀ, ਜੋ ਕਿ ਸਿਰਫ $10,000 ਇੱਕ ਸਾਲ ਦੀ ਹੈ। ਲੇਕਿਨ ਜੋ ਚੀਜ਼ ਸਵਾਦ ਹੁੰਦੀ ਹੈ ਉਹ ਥੋੜੀ ਮਹਿੰਗੀ ਵੀ ਹੁੰਦੀ ਹੈ। ਉਹੀ ਗੱਲ ਮੈਂ ਤੁਹਾਨੂੰ ਕਹਿਣਾ, ਇਸ ਕਾਲਜ ਦੀ ਜੋ ਰਿਕੁਆਇਰਮੈਂਟ ਆ IELTS ਦੀ, ਆਫਟਰ ਜੋ +2 ਹੈ ਤੁਹਾਨੂੰ 6 not less than 6 ਹੀ ਕ੍ਰੈਕ ਕਰਨਾ ਪੈਣਾ ਹੈ। PT ਐਕਸੈਪਟ ਨਹੀਂ ਕਰੇਗਾ ਇਹ। ਦੇਖੋ ਮੈਂ ਹੁਣ ਆਪਾਂ PT ਤੇ ਮੈਂ ਬੱਚੇ ਨੂੰ IELTS ਦੇ ਬਾਰੇ ਕਿਉਂ ਕਿਹਾ, ਇਹੀ ਕਰਕੇ ਜੇ ਆਪਾਂ ਹੁਣ ਇੱਕ ਸਸਤਾ ਲੈਣਾ ਹੈ ਕੋਰਸ ਲੈਣਾ ਹੈ ਕਿ ਸਾਡੇ ਪਾਕਟ ਫ੍ਰੈਂਡਲੀ ਹੋਵੇ, ਮਾਪਿਆਂ ਤੇ ਵੀ ਜ਼ਿਆਦਾ ਬੋਝਾ ਨਾ ਬਣੇ। $10,000 ਜਿੱਦਾਂ ਮੈਂ ਗੱਲ ਕੀਤੀ ਹੈ, ਠੀਕ ਹੈ, ਔਰ ਡਿਗਰੀ ਵੀ ਮਿਲ ਰਹੀ ਹੈ। 121 ਕ੍ਰੈਡਿਟ ਮਤਲਬ ਤੁਹਾਨੂੰ PR ਦੇ ਵਾਸਤੇ ਐਡੀਸ਼ਨਲ ਸਰਟੀਫਿਕੇਟ ਵਗੈਰਾ ਕਰਨ ਦੀ ਲੋੜ ਨਹੀਂ ਹੈ। ਜਦੋਂ ਵੀ ਆਪਾਂ PR ਅਪਲਾਈ ਕਰਨੇ ਆ ਤੇ ਸਾਡਾ ਐਜੂਕੇਸ਼ਨ ਦਾ ਮੈਕਸਿਮਮ ਪੁਆਇੰਟ ਇਜ਼ 120, ਤਾਂ ਇਹ ਤੁਹਾਨੂੰ 121 ਪੁਆਇੰਟ ਦੇ ਰਿਹਾ। ਲੇਕਿਨ ਗੱਲ ਦੂਜੀ ਉਸ ਪਾਸੇ ਆ ਗਈ ਹੈ, ਇੱਥੇ IELTS ਦਾ ਸਕੋਰ 1 'ਚ 5.5 ਨਹੀਂ ਚੱਲਣਗੇ, ਇੱਥੇ ਤੁਹਾਨੂੰ 6 not less than 6 ਔਰ PT ਐਕਸੈਪਟ ਨਹੀਂ ਹੋਏਗੀ। ਤੇ ਇਹ ਬਹੁਤ ਵਧੀਆ ਆਪਸ਼ਨ ਹੈਗਾ ਉਹਨਾਂ ਵਾਸਤੇ ਜੋ ਸ਼ਾਇਦ ਇਹ ਸੋਚਦੇ ਆ ਵੀ ਆਪਾਂ ਜ਼ਿਆਦਾ ਫੀਸ ਅਫੋਰਡ ਨਹੀਂ ਕਰ ਸਕਦੇ। ਇੱਦਾਂ ਹੀ ਤੁਹਾਡੇ ਵਾਸਤੇ ਵੈਨਕੂਵਰ ਕਮਿਊਨਿਟੀ ਕਾਲਜ ਹੈਗਾ ਆ, ਉਹਦੇ ਵਿੱਚ ਵੀ ਹੌਸਪਿਟੈਲਿਟੀ ਤੋਂ ਰਿਲੇਟਡ ਤੁਹਾਡੇ ਕੋਲ ਡਿਪਲੋਮਾ ਵੀ ਹੈਗਾ 2 ਸਾਲ ਦਾ ਔਰ ਡਿਗਰੀ ਵੀ ਹੈਗੀ ਹੈ। ਲੇਕਿਨ ਉਹਦੀ ਜੋ ਡਿਪਲੋਮਾ ਦੀ ਫੀਸ ਹੈ ਉਹ 1 ਸਾਲ ਦੀ $22,000 ਹੈ। ਉੱਥੇ ਤੁਸੀਂ 6 not less than 5.5 ਇਨ ਸਿੰਗਲ ਮੋਡਿਊਲ ਅਸੈਪਟਡ ਹੈਗਾ। ਜੀ ਬਿਲਕੁਲ ਸਹੀ ਹੈ। ਔਰ ਤੁਹਾਨੂੰ ਦੱਸ ਦਈਏ EIFS ਇਮੀਗ੍ਰੇਸ਼ਨ ਆਫਿਸ ਸੈਕਟਰ 40C ਚੰਡੀਗੜ੍ਹ ਦੇ ਵਿੱਚ ਹੈ। ਟਾਈਮਲੀ ਆਪਣੇ ਡਾਕੂਮੈਂਟਸ ਲੈ ਕੇ ਵੀ ਵਿਜ਼ਿਟ ਕਰੋ ਤਾਂ ਕਿ ਅਸੈਸਮੈਂਟ ਹੋਵੇ, ਤੁਹਾਨੂੰ ਪਤਾ ਹੋਵੇ ਕਿਹੜੀ ਚੰਗੀਆਂ ਆਪਸ਼ਨਸ ਲਈ ਤੁਸੀਂ ਐਲੀਜੀਬਲ ਹੋ ਤੇ ਟਾਈਮਲੀ ਤੁਸੀਂ ਉਸਦਾ ਫਾਇਦਾ ਵੀ ਲੈ ਸਕੋ। ਸੋ ਇਹ ਤਾਂ ਸਾਰਾ ਆਪਾਂ ਪ੍ਰੋਸੀਜਰ ਦੀ ਗੱਲ ਕਰ ਲਈ, ਪਰ ਆਪਾਂ ਕਦੋਂ ਤੱਕ ਸਟੂਡੈਂਟਸ ਨੂੰ ਕਹੀਏ ਕਿ ਪੂਰੀ ਤਿਆਰੀ ਦੇ ਨਾਲ ਕਦੋਂ ਤੱਕ ਉਹਨਾਂ ਨੂੰ ਆਪਣਾ ਐਪਲੀਕੇਸ਼ਨ ਨੂੰ ਲੈ ਕੇ ਜਾਂ ਪ੍ਰੋਸੈਸ ਨੂੰ ਲੈ ਕੇ ਸ਼ੁਰੂ ਕਰ ਲੈਣਾ ਚਾਹੀਦਾ ਸਭ ਕੁਝ? ਜੀ ਮੈਮ ਦੇਖੋ, ਇੱਥੇ ਮੈਂ ਬੱਚੇ ਸਾਰਿਆਂ ਨੂੰ ਇੱਕ ਨੂੰ ਮੈਸੇਜ ਦਿੰਦਾ, ਬਹੁਤ ਜ਼ਰੂਰੀ ਹੈ। ਮੇਰੇ ਕੋਲ ਵੀ ਸਟੂਡੈਂਟ ਐਨਰੋਲ ਹੋਏ ਆ, ਅਜੇ ਤੁਹਾਡੇ ਰਿਜ਼ਲਟ ਆ ਰਹੇ ਹੈ ਜਾਂ ਕੁਝ ਬੱਚਿਆਂ ਨੇ IELTS ਐਗਜ਼ਾਮ ਕਰ ਲਿਆ ਲੇਕਿਨ ਰਿਜ਼ਲਟ ਵੇਟਡ ਹੈ, ਠੀਕ ਹੈ। ਸਭ ਤੋਂ ਪਹਿਲਾਂ ਜ਼ਰੂਰੀ ਹੈ ਕੰਡੀਸ਼ਨਲ ਬੇਸਿਸ ਤੇ ਤੁਸੀਂ ਆਪਣੀ ਸੀਟ ਹੋਲਡ ਕਰਾ ਲਓ। ਕਿ ਸੀਟ ਹੋਲਡ ਕਰਾਉਣ ਦਾ ਭਾਵ ਮੈਂ ਇਸ ਲਈ ਕਹਿ ਰਿਹਾ, ਟੋਰਾਂਟੋ, ਵੈਨਕੂਵਰ, ਮੇਜਰ ਕੈਂਪਸਿਸ, ਮੇਜਰ ਕਾਲਜਿਸ ਨੀਅਰ ਅਬਾਊਟ ਸਾਰੇ ਹੁਣ ਸੈਪਟੈਂਬਰ ਇਨਟੇਕ ਦੇ ਵਾਸਤੇ ਕਲੋਜ਼ ਹੋਣ ਲੱਗੇ ਆ। ਇਹਨਾਂ ਦੀਆਂ ਸੀਟਾਂ ਖਤਮ ਹੋ ਗਈਆਂ। ਜਿਵੇਂ ਆਪਾਂ ਲੈ ਲਈਏ ਫਲੈਮਿੰਗ ਕਾਲਜ ਹੈ, ਹੁਣ ਜਨਵਰੀ 2024 ਦਾ ਉਹਦੇ 'ਚ ਓਪਨ ਹੋ ਗਿਆ, ਸੈਪਟੈਂਬਰ ਉਹਨਾਂ ਨੇ ਟੋਟਲੀ ਕਲੋਜ਼ ਕਰਤਾ। ਤਾਂ ਜੋ ਬੱਚੇ ਖਾਸ ਕਰ ਜੋ 21-22 ਪਾਸ ਆਊਟ ਹੈ ਜਾਂ ਇੱਕ ਵਾਰ ਰਿਫਿਊਜ਼ ਸੀਗੇ, ਅਜੇ ਸੋਚ ਰਿਹਾ ਸੈਪਟੈਂਬਰ ਇਨਟੇਕ ਦੂਰ ਹੈ, ਆਪਾਂ ਰੁੱਕ ਕੇ ਅਪਲਾਈ ਕਰਨੇ ਆ। ਇਹ ਬਹੁਤ ਵੱਡਾ ਭਰਮ ਹੈਗਾ ਤੁਹਾਡੇ ਮਨ ਦੇ ਵਿੱਚ। ਦੇਖੋ EIFS ਕੋਲ ਤੁਹਾਡੇ ਵਾਸਤੇ ਜੁਲਾਈ ਇਨਟੇਕ ਵੀ ਪਿਆ, ਲਿਮਟਿਡ ਕੋਰਸਿਸ ਹੈਗੇ ਆ, ਅਕਾਊਂਟਸ ਤੋਂ ਰਿਲੇਟਡ, ਕਮਰਸ ਤੋਂ, ਨਾਨ ਮੈਡੀਕਲ ਔਰ ਆਰਟਸ ਵਾਲਿਆਂ ਤੋਂ ਰਿਲੇਟਡ ਕੋਰਸਿਸ ਹੈਗੇ, ਬਟ ਲਿਮਟਿਡ ਨੰਬਰ ਹੈਗਾ। ਔਰ ਜੋ ਕੈਂਪਸ ਲੋਕੇਸ਼ਨ ਰਹੇਗੀ ਦੈਟ ਇਜ਼ ਵੈਨਕੂਵਰ ਔਰ ਸਰੀ, ਇਹਨਾਂ ਦੋ ਦੇ ਵਿੱਚ ਹੀ ਤੁਹਾਨੂੰ ਜੁਲਾਈ ਇਨਟੇਕ ਮਿਲ ਸਕਦਾ ਹੈ। ਔਰ ਵੀਜ਼ਾ ਵੀ ਬੜੇ ਆਰਾਮ ਦੇ ਨਾਲ, ਬਿਕੋਜ਼ ਨੰਬਰ ਆਫ ਐਪਲੀਕੇਸ਼ਨਸ ਘੱਟ ਹੁੰਦੀਆਂ, ਵੀਜ਼ਾ ਆਰਾਮ ਨਾਲ ਨਿਕਲਦੇ। ਸੈਪਟੈਂਬਰ ਇਨਟੇਕ ਦੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਤਾਂ ਬੱਚੇ ਆਪਣੇ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਰੱਖਣ, ਸੈਪਟੈਂਬਰ ਇਨਟੇਕ ਵੀ ਹੌਲੇ ਕਲੋਜ਼ ਹੋਣ ਲੱਗਿਆ। ਜੇਕਰ ਸਾਡੇ ਮਨ ਦੇ ਵਿੱਚ ਕੋਈ ਚੋਇਸ ਹੈਗੀ ਹੈ, ਚੋਇਸ ਮੀਨਸ ਆਪਾਂ ਇਸੀ ਕਾਲਜ 'ਚ ਜਾਣਾ ਜਾਂ ਇੱਕ ਪਰਟੀਕੂਲਰ ਸ਼ਹਿਰ ਦੇ ਵਿੱਚ ਹੀ ਜਾਣਾ, ਜਿੱਦਾਂ ਤੁਸੀਂ ਮਨ 'ਚ ਟੋਰਾਂਟੋ ਹੀ ਰੱਖ ਲਿਆ, ਤਾਂ ਇੱਥੇ ਫਿਰ ਕਾਲਜ ਹੌਲੇ ਕਲੋਜ਼ ਹੋਣ ਲੱਗਿਆ। ਤਾਂ ਬਹੁਤ ਜ਼ਰੂਰੀ ਹੈ ਇੱਕ ਕੰਡੀਸ਼ਨਲ ਬੇਸਿਸ ਦੇ ਉੱਤੇ ਤੁਸੀਂ ਆਪਣੀ ਸੀਟ ਰਿਜ਼ਰਵ ਕਰਾਓ। ਰਿਜ਼ਲਟ ਅਵੇਟਡ ਹੈਗਾ, IELTS ਕੀਤੀ ਹੋਈ ਹੈ, ਯੈਸ ਯੂ ਕੈਨ ਰਿਜ਼ਰਵ ਯੂਅਰ ਸੀਟ, ਤੁਸੀਂ ਸੀਟ ਰਿਜ਼ਰਵ ਕਰਾ ਸਕਦੇ ਹੋ। ਜਿਵੇਂ ਰਿਜ਼ਲਟ ਆਉਂਦਾ, ਲੇਕਿਨ ਤੁਹਾਨੂੰ ਆਹ ਲੱਗਦਾ ਜਿਵੇਂ ਮੈਂ IELTS ਦੀ ਹੁਣ ਪ੍ਰੈਪਰੇਸ਼ਨ ਬੱਚੇ ਨੇ ਅਪ੍ਰੈਲ ਦੇ ਵਿੱਚ ਸ਼ੁਰੂ ਕੀਤੀ ਹੈ, ਠੀਕ ਹੈ ਜੀ, ਅਪ੍ਰੈਲ, ਮਈ ਐਂਡ ਜਾਂ ਜੂਨ ਦੇ ਵਿੱਚ ਜਾ ਕੇ ਬੱਚਾ ਪੇਪਰ ਦੇਵੇਗਾ। ਲੇਕਿਨ ਜਿਵੇਂ ਤੁਹਾਡਾ ਰਿਜ਼ਲਟ ਆਉਂਦਾ, ਪ੍ਰੋਵੀਜ਼ਨਲ ਰਿਜ਼ਲਟ ਦੇ ਨਾਲ ਹੀ ਤੁਸੀਂ ਆਪਣੀ ਸੀਟ ਹੋਲਡ ਕਰਾ ਸਕਦੇ ਹੋ, ਉਹ ਬਹੁਤ ਜ਼ਰੂਰੀ ਹੈ। ਫਾਈਨਲ LOA ਲੈਟਰ ਆਫ ਅਸੈਪਟੈਂਸ ਜੋ ਹੈਗੀ ਉਹ ਤੁਹਾਡੀ ਉਦੋਂ ਹੀ ਰਿਲੀਜ਼ ਹੋਏਗੀ ਜਦੋਂ ਤੁਸੀਂ ਆਪਣਾ IELTS ਦਾ ਐਗਜ਼ਾਮ ਜਾਂ ਫਿਰ ਜੋ ਤੁਹਾਡਾ +2 ਦਾ ਮਾਰਕਸ਼ੀਟ ਮਿਲੇਗੀ ਉਹ ਸਬਮਿਟ ਕਰਾਓਗੇ। ਲੇਕਿਨ ਮਨ ਦੇ ਵਿੱਚ ਇੱਕ ਗੱਲ ਜ਼ਰੂਰ ਇਹ ਹੋਏਗੀ ਕਿ ਤੁਹਾਡੀ ਸੀਟ ਹੋਲਡ ਹੈ। ਔਰ ਮੈਂ ਇੱਕ ਗੱਲ ਦੱਸਾਂ, ਜੋ ਬੱਚੇ ਇੱਦਾਂ ਪਹਿਲਾਂ ਇੱਕ ਸੀਟ ਹੋਲਡ ਕਰਾ ਕੇ ਫਿਰ IELTS ਦਾ ਐਗਜ਼ਾਮ ਅਟੈਂਪਟ ਕਰਦੇ ਆ, ਜਾਂ ਫਿਰ ਜਿਨ੍ਹਾਂ ਦੇ 1 'ਚ 5.5 ਰਹਿ ਗਿਆ, ਉਸ ਤੋਂ ਬਾਅਦ ਉਹ ਸੀਟ ਹੋਲਡ ਕਰਾ ਕੇ ਫਿਰ ਦੁਬਾਰਾ ਤੋਂ IELTS ਦੇ ਨਾਲ ਪ੍ਰੈਪਰੇਸ਼ਨ ਕਰਦੇ ਆ, ਉਹ ਹਮੇਸ਼ਾ ਬਹੁਤ ਵਧੀਆ ਸਕੋਰ ਕਰੈਕ ਕਰਦੇ ਆ। ਮੈਂ ਚੀਜ਼ ਦੇਖੀ ਹੈ ਕਿ ਬੱਚੇ ਦੇ ਮਨ ਦੇ ਵਿੱਚ ਨਾ ਟਾਰਗੇਟ ਕਲੀਅਰ ਹੁੰਦਾ ਹੈ, ਇੱਕ ਚੀਜ਼ ਖਤਮ ਹੈ ਕਿ ਕੋਈ ਨਾ ਮੇਰੀ ਸੀਟ ਹੋਲਡ ਹੈ। ਨਹੀਂ ਤਾਂ ਬੱਚਾ ਇੱਕ ਪਾਸੇ ਇਹੋ ਪਰੇਸ਼ਾਨ ਰਹਿੰਦਾ, ਯਾਰ ਪਤਾ ਨਹੀਂ ਇਸ ਕਾਲਜ ਐਡਮਿਸ਼ਨ ਮਿਲੇਗੀ ਨਹੀਂ ਮਿਲੇਗੀ, ਉਹ ਪਰੇਸ਼ਾਨੀ ਕਰਕੇ ਕਈ ਵਾਰ ਬੱਚਾ, ਮੈਂ ਇਦਾਂ ਦੇ ਵੀ ਕੇਸਿਸ ਦੇਖਿਆ ਕਿ ਬੱਚੇ ਦਾ 6 not less than 5.5 ਹੈ, ਲੇਕਿਨ ਉਹ ਦੁਬਾਰਾ ਤੋਂ IELTS ਕਰ ਰਿਹਾ ਤੇ 2 'ਚ 5.5 ਰਹਿ ਰਿਹਾ।
ਉਹ ਸਿਰਫ ਇਸ ਕਰਕੇ ਕਿ ਪਤਾ ਨਹੀਂ ਇਸ ਵਾਰ ਮੇਰਾ ਸਕੋਰ ਆਏਗਾ ਕਿ ਨਹੀਂ ਆਏਗਾ, ਮੈਨੂੰ ਸੀਟ ਮਿਲੇਗੀ ਨਹੀਂ ਮਿਲੇਗੀ, ਮੇਰਾ ਵੀਜ਼ਾ ਆਏਗਾ ਕਿ ਨਹੀਂ ਆਏਗਾ, ਇਸ ਕਰਕੇ ਟਾਈਮ ਵੇਸਟ ਹੋ ਜਾਂਦਾ। ਤਾਂ ਸਾਰੇ ਬੱਚਿਆਂ ਨੂੰ ਇੱਕੋ ਹੀ ਮੈਸੇਜ ਹੈਗਾ ਹੈ, ਜੋ ਵੀ ਤੁਹਾਡਾ ਸਕੋਰ ਹੈਗਾ ਹੈ, ਜਿੱਦਾਂ ਵੀ ਹੈਗਾ, ਕੰਡੀਸ਼ਨਲ ਬੇਸਿਸ ਤੇ ਆਪਣੀ ਐਪਲੀਕੇਸ਼ਨ ਨੂੰ ਸਬਮਿਟ ਕਰਨਾ ਸ਼ੁਰੂ ਕਰ ਦਿਓ ਤੁਸੀਂ। ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ। ਸੋ ਫਿਲਹਾਲ ਦੀ ਆਪਾਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਰਿਜ਼ਲਟਸ ਆ ਰਹੇ ਨੇ, ਪ੍ਰੋਸੈਸਿੰਗ ਟਾਈਮ ਕਿੰਨਾ ਕੁ ਚੱਲ ਰਿਹਾ ਹੈ, ਇਹ ਵੀ ਜ਼ਰੂਰ ਕਲੀਅਰ ਕਰੋ, ਕਿਉਂਕਿ ਨਾਨ ਐਸਡੀਐਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਬਣੇ ਹੀ ਹੋਏ ਨੇ। ਪੀਟੀ ਦੇ ਨਾਲ ਠੀਕ ਹੈ, ਕੁਝ ਪ੍ਰੋਫਾਈਲਸ ਉੱਪਰ ਤਾਂ ਆਪਾਂ ਚੰਗਾ ਰਿਜ਼ਲਟ ਦੇਖ ਰਹੇ ਹਾਂ, ਬਟ ਓਵਰਆਲ ਆਪਾਂ ਨਾਨ ਐਸਡੀਐਸ ਪ੍ਰੋਫਾਈਲਸ ਦੀ ਜੇਕਰ ਗੱਲ ਕਰੀਏ, ਕਿਸ ਤਰ੍ਹਾਂ ਦਾ ਰਿਜ਼ਲਟ ਦੇਖ ਰਹੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਇੱਕ ਸਟੂਡੈਂਟ ਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਕਹਿਣਾ, ਰਾਜਨੀਤ ਕੌਰ ਨੂੰ, ਜਿਹਦਾ ਹੁਣੇ ਆਪਾਂ ਸੈਟਰਡੇ ਨੂੰ ਵੀਜ਼ਾ ਰਿਸੀਵ ਕੀਤਾ ਹੈ। ਬੱਚੀ ਲਾਈਕ ਸਾਡੇ ਕੋਲ 21 ਤੋਂ ਜੁੜੀ ਹੋਈ ਸੀ ਸਾਡੇ ਨਾਲ। ਠੀਕ ਹੈ, ਇੱਧਰ ਤੋਂ ਸਲਾਹ ਲੈਣੀ ਹੈ, ਉੱਧਰ ਤੋਂ ਕੁਝ ਫੈਮਲੀਜ਼ ਕਈ ਵਾਰ ਇਸ਼ੂ ਆ ਜਾਂਦੇ ਆ ਸਾਰਾ ਕੁਝ ਅਰੇਂਜ ਕਰਨ ਨੂੰ। ਹਾਰ ਕੇ ਆਪਾਂ ਦਸੰਬਰ ਮਹੀਨੇ ਕਹਿਤਾ ਸੀ ਕਿ ਹੁਣ ਨਹੀਂ ਵੇਟ ਕਰ, ਰਾਜੇ ਆਪਣੀ ਫਾਈਲ ਲਗਾ ਲੈ। ਇਹਨੇ ਜਨਵਰੀ ਦੇ ਵਿੱਚ ਆਪਣੀ ਫਾਈਲ ਪ੍ਰੋਸੈਸ ਸਾਰਾ ਸਟਾਰਟ ਕੀਤਾ ਹੈ ਔਰ ਮਈ ਇਨਟੇਕ ਦੇ ਵਾਸਤੇ 15 ਮਈ ਤੋਂ ਕਲਾਸਿਸ ਹੈਗੀਆਂ ਔਰ ਇਹਦਾ 2 ਦਿਨ ਪਹਿਲਾਂ ਵੀਜ਼ਾ ਸਾਨੂੰ ਗ੍ਰਾਂਟ ਹੋਇਆ। ਤਾਂ ਰਾਜਨੀਤ ਮੈਂ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਕਹਿਣਾ ਸਾਡੇ ਤੇ ਟਰਸਟ ਕਰਨ ਦੇ ਵਾਸਤੇ। ਜੋ ਸਾਡਾ ਪ੍ਰੋਮਿਸ ਸੀ ਵੀਜ਼ਾ ਦਾ, ਆਪਾਂ ਉਹ ਵੀ ਪੂਰਾ ਕੀਤਾ। ਹੁਣ ਮੈਮ ਆਪਾਂ ਨਾਨ ਐਸਡੀਐਸ ਚੈੱਕਲਿਸਟ ਤੇ ਆਉਂਦੇ ਹਾਂ। ਦੇਖੋ ਮਾਰਕੀਟ ਦੇ ਵਿੱਚ ਜਦੋਂ ਕਹਿਣਾ ਹੈ ਕਿ ਸਾਰੇ ਇੱਕ ਨਾ ਆਪਾਂ ਚੀਜ਼ ਸੁਣ ਲੈਂਦੇ ਹਾਂ ਐਸਡੀਐਸ। ਹਾਂਜੀ, ਹੁਣ ਐਸਡੀਐਸ ਨੂੰ 90% ਲੋਕੀ ਜੋ ਹੈਗੇ ਐਸਡੀਐਸ ਬੋਲਦੇ ਕਾਲਜ। ਦੈਟ ਇਜ਼ ਤੁਹਾਡੀ ਚੈੱਕਲਿਸਟ ਹੈ, ਡਾਕੂਮੈਂਟ ਕਿੱਦਾਂ ਪ੍ਰੀਪੇਅਰ ਕਰਨੇ ਹੈ। 6 not less than 6 ਬੈਂਡਸ ਦੀ ਰਿਕੁਆਇਰਮੈਂਟ ਹੈ। ਡਜ਼ਨਟ ਮੈਟਰ ਤੁਸੀਂ +2 ਹੋ, ਮਾਸਟਰਸ ਹੋ, ਗ੍ਰੈਜੂਏਟ ਹੋ, ਉਹ ਕਾਲਜ ਯੂਨੀਵਰਸਿਟੀ ਦੀ ਰਿਕੁਆਇਰਮੈਂਟਸ ਆ ਗਈਆਂ। ਹੁਣ ਜੇ ਆਪਾਂ 6 not less than 6 ਨਹੀਂ ਹੈ ਸਾਡੇ, ਇੱਕ 'ਚ 5.5 ਰਹਿ ਗਿਆ, ਜਾਂ ਫਿਰ ਆਪਾਂ ਪੀਟੀ ਕੀਤੀ ਹੈ, ਫਿਰ ਆਪਣੀ ਚੈੱਕਲਿਸਟ ਹੋ ਜਾਂਦੀ ਹੈ ਨਾਨ ਐਸਡੀਐਸ। ਨਾਨ ਐਸਡੀਐਸ ਦੇ ਉੱਤੇ ਕਿ ਸਾਨੂੰ ਸੈਕੰਡ ਈਅਰ ਦੇ ਐਕਸਪੈਂਸਿਸ ਫੰਡਸ ਸੇਵਿੰਗ ਸ਼ੋ ਕਰਨੇ ਪੈਂਦੀ ਹੈ ਔਰ ਉਹ ਕਿੱਥੋਂ ਆਈ ਹੈ, ਉਹਦਾ ਇਨਕਮ ਐਵੀਡੈਂਸ, ਪ੍ਰੂਫ ਆਫ ਫਾਈਨੈਂਸ਼ੀਅਲ ਸਪੋਰਟ, ਬਸ ਇੰਨਾ ਕਰ ਸਾਨੂੰ ਐਡੀਸ਼ਨਲੀ ਐਡ ਕਰਨਾ ਪੈਂਦਾ ਹੈ। ਵੀਜ਼ਾ ਐਸਡੀਐਸ ਦੇ ਵਿੱਚ ਵੀ ਆਉਂਦਾ ਹੈ, ਨਾਨ ਐਸਡੀਐਸ ਦੇ ਵਿੱਚ ਵੀ ਆਉਂਦਾ। ਔਰ ਨਾਨ ਐਸਡੀਐਸ ਪ੍ਰੋਫਾਈਲਸ ਨੂੰ ਮੈਂ ਜ਼ਿਆਦਾ ਪੋਜ਼ਿਟਿਵ ਲੈ ਕੇ ਚੱਲਣਾ ਹੁੰਦਾ ਹਮੇਸ਼ਾ, ਬਿਕੋਜ਼ ਐਸਡੀਐਸ ਦੇ ਵਿੱਚ 4 ਡਾਕੂਮੈਂਟ ਦੀ ਚੈੱਕਲਿਸਟ ਹੈ, ਐਸਓਪੀ ਤੱਕ ਮੈਂਡੇਟਰੀ ਨਹੀਂ ਹੈ ਉਹਦੇ ਵਿੱਚ, ਲੇਕਿਨ ਇਹਦੇ ਸਾਰਾ ਕੁਝ ਮੈਂਡੇਟਰੀ ਹੈ। ਤਾਂ ਆਪਾਂ ਆਪਣੀ ਪ੍ਰੋਫਾਈਲ ਨੂੰ ਸਹੀ ਢੰਗ ਨਾਲ ਪੇਸ਼ ਕਰ ਸਕਦੇ ਹਾਂ, ਖਾਸ ਕਰ ਪੀਟੀ ਵਾਲੇ ਬੱਚੇ। ਪੀਟੀ ਦਾ ਆਪਣਾ ਕੰਪੈਰੀਜ਼ਨ ਚਾਰਟ ਐਸਓਪੀ ਵਿੱਚ ਲੱਗ ਜਾਂਦਾ ਹੈ ਕਿ ਮੈਂ ਪੀਟੀ ਦਾ ਸਕੋਰ ਇਹ ਹੈ, ਜੇ ਆਪਾਂ ਇਕੁਇਲੈਂਸੀ ਦੇਖੀਏ ਤਾਂ ਫਿਰ ਆਇਲਸ 'ਚ ਇੰਨਾ ਬਣਦਾ ਹੈ। ਠੀਕ ਹੈ, ਤੇ ਨਾਨ ਐਸਡੀਐਸ ਉੱਤੇ ਜੇਕਰ ਆਪਾਂ ਔਰ ਖਾਸ ਕਰ ਕੋਰਸ, ਜਦੋਂ ਆਪਾਂ ਨਾਨ ਐਸਡੀਐਸ ਦੇ ਵਿੱਚ ਹੈ ਤਾਂ ਜੋ ਮੈਂ ਆਪਣਾ 80% ਦਾ ਸਕਸੈਸ ਰੇਟ ਦੇਖਿਆ, ਉਹ ਮੈਂ ਦੇਖਿਆ ਹੈਗਾ ਕਿ ਰਾਦਰ ਦੈਨ ਅਕੈਡਮਿਕ ਕੋਰਸਿਸ ਉਹ ਆਪਾਂ ਟ੍ਰੇਡ ਐਂਡ ਵੋਕੇਸ਼ਨਲ ਸਟਰੀਮ ਦੇ ਵਿੱਚ ਆਈਏ, ਸਪੈਸ਼ਲਾਈਜੇਸ਼ਨ ਸਰਟੀਫਿਕੇਟ ਕੋਰਸ ਦੇ ਵਿੱਚ ਆਈਏ। ਆਪਾਂ ਪੋਸਟ ਗ੍ਰੈਜੂਏਟ ਡਿਪਲੋਮਾ ਤੋਂ ਬਾਅਦ ਵੀ ਟ੍ਰੇਡ ਵੋਕੇਸ਼ਨਲ ਦੇ ਵਿੱਚ ਇੱਦਾਂ ਹੀ ਵੀਜ਼ੇ ਲਿਆ ਆਫਟਰ 2 ਰਿਫਿਊਜ਼ਲਸ। ਤੇ ਨਾਨ ਐਸਡੀਐਸ ਚੈੱਕਲਿਸਟ ਖਾਸ ਕਰ ਜੋ ਪੀਟੀ ਵਾਲੇ ਬੱਚੇ ਹੈਗੇ ਆ, ਜਾਂ ਫਿਰ 1 ਜਾਂ 2 ਵਾਰ ਰਿਫਿਊਜ਼ਡ ਹੋ ਔਰ ਤੁਹਾਨੂੰ ਅੱਗੇ ਸਮਝ ਨਹੀਂ ਆ ਰਿਹਾ, ਸਹੀ ਰਾਹ ਨਹੀਂ ਪੈ ਰਹੀ ਕਿ ਆਪਾਂ ਕਿੱਥੇ ਜਾਈਏ, ਤਾਂ ਸਹੀ ਰਾਹ ਜੋ ਤੁਹਾਡੇ ਵਾਸਤੇ ਹੈਗੀ ਹੈ ਉਹ ਹੈਗੀ ਹੈ EIFS। ਇੱਕ ਵਾਰ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਇੱਕ ਵਾਰ ਤੁਹਾਡਾ ਆਫਿਸ ਵਿਜ਼ਿਟ ਕਰਨਾ। ਇੱਕ ਵਾਰ ਤੁਸੀਂ ਆਫਿਸ ਵਿਜ਼ਿਟ ਕਰੋ, ਸਾਰਾ ਪ੍ਰੋਸੈਸ ਸਮਝੋ। ਜੇਕਰ EIFS ਦੀ ਟੀਮ ਤੁਹਾਨੂੰ ਕਹਿੰਦੀ ਹੈ ਕਿ ਯਸ ਅਸੀਂ ਤੁਹਾਨੂੰ ਤੁਹਾਡਾ ਵੀਜ਼ਾ ਲਿਆ ਕੇ ਦੇਵਾਂਗੇ, ਤੁਹਾਡੀ ਫਾਈਲ ਰੈਡੀ ਕਰਾਂਗੇ, ਪ੍ਰੈਜੈਂਟੇਸ਼ਨ ਇੱਦਾਂ ਦੀ ਹੋਏਗੀ ਕਿ ਤੁਹਾਡਾ ਵੀਜ਼ਾ ਆਏਗਾ ਹੀ ਆਏਗਾ। ਜੇ ਸਾਨੂੰ ਲੱਗਦਾ ਹੈ ਕਿ ਯਸ ਤੁਹਾਡੀ ਪ੍ਰੋਫਾਈਲ ਹੈਗੀ ਹੈ ਵੀਜ਼ੇ ਵਾਲੀ, ਆਪਾਂ ਤੁਹਾਡੀ ਵੀਜ਼ਾ ਵਾਸਤੇ ਫਾਈਲ ਪ੍ਰੈਜੈਂਟ ਕਰ ਸਕਦੇ ਹਾਂ, ਦੈਨ ਫਿਰ ਹੀ ਅਸੀਂ ਤੁਹਾਡੀ ਅੱਗੇ ਫਾਈਲ ਪ੍ਰੋਸੈਸ ਕਰਨੀ ਹੈ। ਤਾਂ ਸਮਾਂ ਨਾ ਵੇਸਟ ਕਰਦੇ ਹੋਏ ਬਹੁਤ ਜ਼ਰੂਰੀ ਹੈ, ਇੱਕ ਤਾਂ ਨੀਚੇ ਦਿੱਤੇ ਗਏ ਨੰਬਰ 'ਤੇ ਕਾਲ ਕਰਕੇ ਆਪਣੀ ਪ੍ਰੀ ਅਸੈਸਮੈਂਟ ਕਰਾ ਲਓ। ਦੂਜਾ ਮਾੜਾ ਜਿਹਾ ਸਮਾਂ ਕੱਢ ਕੇ ਇੱਕ ਵਾਰ ਸਾਡੇ ਆਫਿਸ ਜ਼ਰੂਰ ਵਿਜ਼ਿਟ ਕਰੋ, ਤਾਂ ਕਿ ਆਪਾਂ ਤੁਹਾਨੂੰ ਤੁਹਾਡੇ ਵਾਸਤੇ ਕਿਹੜੀ ਕੰਟਰੀ ਸਹੀ ਹੈ, ਕਿੱਦਾਂ ਦਾ ਕੋਰਸ ਔਰ ਕਿੱਦਾਂ ਦੇ ਕਾਲਜ ਔਰ ਐਕਸਪੈਂਸ ਕਿੰਨਾ ਕੁ ਟਾਈਮ ਲੱਗੇਗਾ, ਇਹ ਸਾਰੀ ਚੀਜ਼ ਸਹੀ ਢੰਗ ਨਾਲ ਗਾਈਡ ਕਰ ਸਕੀਏ। ਜੀ ਬਿਲਕੁਲ। ਔਰ ਤੁਸੀਂ ਵਿੱਚ ਰਿਫਿਊਜ਼ਡ ਕੇਸਿਸ ਦੀ ਗੱਲ ਕੀਤੀ ਸੀ, ਤਾਂ ਮੈਂ ਉਹਦੇ ਬਾਰੇ ਵੀ ਜ਼ਰੂਰ ਗੱਲ ਕਰਨਾ ਚਾਹਾਂਗੀ। ਹਾਲਾਂਕਿ ਆਪਾਂ ਹੁਣ ਫਰੈਸ਼ ਸਟੂਡੈਂਟਸ ਬਾਰੇ ਤਾਂ ਗੱਲ ਕੀਤੀ ਹੈ ਵੀ ਉਹਨਾਂ ਨੇ ਕਿਹੜੀ ਗੱਲਾਂ ਦਾ ਧਿਆਨ ਰੱਖਣਾ, ਪਰ ਜਿਹੜੇ 1 ਵਾਰ 2 ਵਾਰ ਜਾਂ 3 ਵਾਰੀ ਜਾਂ ਜ਼ਿਆਦਾ ਵਾਰ ਵੀ ਰਿਫਿਊਜ਼ਡ ਹੁੰਦੇ ਨੇ, ਉਹਨਾਂ ਨੂੰ ਤੁਸੀਂ ਕੀ ਸਲਾਹ ਦਿੰਦੇ ਹੋ ਸੈਪਟੈਂਬਰ ਇਨਟੇਕ ਲਈ, ਅਗਰ ਉਹ ਵੀ ਅਪਲਾਈ ਕਰਨਾ ਚਾਹੁੰਦੇ ਨੇ? ਕਿਤੇ ਇਹ ਤਾਂ ਨਹੀਂ ਫਰੈਸ਼ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਪ੍ਰਾਇੋਰਟੀ ਮਿਲੇਗੀ ਐਮਬੈਸੀ ਵੱਲੋਂ, ਅਗਰ ਉਹ ਅਪਲਾਈ ਕਰਨ ਤਾਂ ਉਹਨਾਂ ਲਈ ਕਿਸ ਤਰ੍ਹਾਂ ਦੀ ਟ੍ਰੈਂਡ ਦੇਖਦੇ? ਮੈਮ ਦੇਖੋ ਇਹਦੇ ਵਿੱਚ ਨਾ ਇੱਕ ਸਿੰਪਲ ਜੀ ਗੱਲ ਹੈ, ਹਾਈ ਕਮਿਸ਼ਨ ਨੇ ਤਾਂ ਸਟੈਪ ਵਾਈਜ਼ ਫਾਈਲਸ ਦੇਖਣੀਆਂ। ਜੋ ਫਾਈਲ ਪਹਿਲਾਂ ਲੱਗੀ ਉਹਨੂੰ ਪਹਿਲਾਂ ਉਹਨਾਂ ਨੇ ਪ੍ਰੋਸੀਡ ਕਰਨਾ ਹੈ, ਜੋ ਬਾਅਦ ਚੋਂ ਲੱਗੀਆਂ ਉਹਨਾਂ ਨੂੰ ਬਾਅਦ ਚੋਂ ਪ੍ਰੋਸੀਡ ਕਰਨਾ ਹੈ। ਤਾਂ ਜੋ 2023 ਪਾਸ ਆਊਟ ਬੱਚੇ ਹੈ, ਅਜੇ ਉਹਨਾਂ ਦੀ ਫਾਈਲ ਪ੍ਰੈਜ਼ੈਂਟ ਹੋਣ ਨੂੰ ਮਈ ਜਾਂ ਜੂਨ ਜਾਂ ਜੁਲਾਈ ਦੇ ਵਿੱਚ ਉਹਨਾਂ ਦੀ ਫਾਈਲ ਜੋ ਹੈ ਹਾਈ ਕਮਿਸ਼ਨ 'ਚ ਪ੍ਰੈਜ਼ੈਂਟ ਹੋਏਗੀ। ਔਰ ਵੈਸੇ ਵੀ ਆਪਾਂ ਇਹ ਚੀਜ਼ ਦੇਖਿਆ, ਜੋ 2023 ਪਾਸ ਆਊਟ ਹੈ ਉਹ ਮੋਸਟਲੀ ਜਨਵਰੀ ਇਨਟੇਕ ਤੇ ਫੋਕਸ ਕਰਦੇ ਆ, ਬਿਕੋਜ਼ ਉਹਨਾਂ ਦਾ ਮਈ ਜਾਂ ਜੂਨ ਦੇ ਵਿੱਚ ਜਾ ਕੇ ਰਿਜ਼ਲਟ ਆਉਂਦਾ ਹੈ, ਫਿਰ ਉਹ ਆਇਲਸ ਕਰਦੇ ਆ। ਔਰ ਉਸ ਟਾਈਮ ਤੱਕ ਜੋ ਮੈਂ ਪਹਿਲਾਂ ਹੀ ਗੱਲ ਦੱਸ ਚੁੱਕਿਆ, ਉਸ ਟਾਈਮ ਤੱਕ ਸਪਟੈਂਬਰ ਇਨਟੇਕ ਟੋਟਲੀ ਕਲੋਜ਼ਡ ਹੁੰਦਾ ਹੈ, ਬਿਲਕੁਲ ਫੁੱਲ ਹੋ ਚੁੱਕਿਆ, ਮੱਥਾ ਮਾਰ ਕੇ ਵੀ ਸੀਟ ਨਹੀਂ ਮਿਲਦੀ ਸਾਨੂੰ ਉਦੋਂ। ਠੀਕ ਹੈ ਜੀ। ਤਾਂ ਹਾਂ ਹੁਣ ਜੋ 1 ਜਾਂ 2 ਵਾਰ ਰਿਫਿਊਜ਼ਡ ਹੈਗੇ ਆ, ਠੀਕ ਹੈ, ਉਹਨਾਂ ਵਾਸਤੇ ਤਾਂ ਬਹੁਤ ਗੋਲਡਨ ਸਮਾਂ, ਬਹੁਤ ਚੰਗਾ ਸਮਾਂ ਹੈ।
ਦੇਖੋ ਨਾ ਅਜੇ ਅਪ੍ਰੈਲ ਚੱਲ ਰਿਹਾ ਮੈਮ, ਹੁਣ ਮਈ ਇਨਟੇਕ ਦੀਆਂ ਓਰੀਐਂਟੇਸ਼ਨ ਸਟਾਰਟ ਹੋਈਆਂ, ਬੱਚੇ ਜਾ ਰਹੇ ਆ, ਹੁਣ ਫਲਾਈ ਕਰ ਰਹੇ ਆ, ਤੇ ਇਸ ਟਾਈਮ ਜੇ ਆਪਾਂ ਆਪਣੀ ਫਾਈਲ ਪ੍ਰੈਜ਼ੈਂਟ ਕਰਨੇ ਆਉਣ ਵਾਲੇ 1.5-2 ਮਹੀਨੇ ਦੇ ਵਿੱਚ, ਜਾਂ ਮਈ ਐਂਡ ਤੇ ਜੂਨ ਦੇ ਸਟਾਰਟਿੰਗ ਵੀਕ ਦੇ ਵਿੱਚ, ਜੋ ਬੱਚੇ ਆਲਰੇਡੀ ਰਿਫਿਊਜ਼ਡ ਹੈ 1-2 ਵਾਰ, ਜਾਂ 22 ਪਾਸ ਆਊਟ ਹੈ, ਜਾਂ ਫਿਰ ਇਨਫੈਕਟ 21 ਪਾਸ ਆਊਟ ਹੈ। ਜੋ ਹੁਣੇ ਮੈਂ ਤੁਹਾਡੇ ਨਾਲ ਰਾਜਨੀਤ ਕੌਰ ਦੀ ਗੱਲ ਕੀਤੀ ਹੈ, ਇਹ ਵੀ 21 ਪਾਸ ਆਊਟ ਹੈ ਸਟੂਡੈਂਟ, ਲੇਕਿਨ ਇਹਨੇ ਸਮੇਂ ਰਹਿੰਦੇ ਆਪਣੀ ਫਾਈਲ ਹਾਈ ਕਮਿਸ਼ਨ ਦੇ ਵਿੱਚ ਵੀਜ਼ਾ ਦੇ ਵਾਸਤੇ ਪ੍ਰੈਜ਼ੈਂਟ ਕਰਤੀ। ਤਾਂ ਇਹ ਸਹੀ ਸਮਾਂ ਹੈਗਾ ਕਿ ਤੁਸੀਂ ਆਪਣੀ ਫਾਈਲ ਨੂੰ ਹਾਈ ਕਮਿਸ਼ਨ ਦੇ ਵਿੱਚ ਵੀਜ਼ਾ ਅਪਰੂਵਲ ਦੇ ਵਾਸਤੇ ਪ੍ਰੈਜ਼ੈਂਟ ਕਰ ਦਿਓ। ਜਦੋਂ 23 ਪਾਸ ਆਊਟ ਬੱਚਾ ਤੁਹਾਡੇ ਨਾਲ ਖੜ ਜਾਊਗਾ, ਉਦੋਂ ਫਿਰ ਕਹਿੰਦੇ ਆਪਾਂ ਕਿ ਕੰਪੀਟੀਸ਼ਨ ਆ ਗਿਆ। ਉਦੋਂ ਪਤਾ ਕੀ ਆਪਾਂ ਆਫਰ ਲੈਟਰ ਵੀ ਅਪਲਾਈ ਕਰਾਂਗੇ, ਐਡਮਿਸ਼ਨ ਐਡਵਾਈਜ਼ਰ ਦੇਖੇਗਾ ਆ ਮੇਰੇ ਕੋਲ 2023 ਪਾਸ ਆਊਟ ਬੱਚਾ ਹੈ ਵਿਦਆਊਟ ਐਨੀ ਗੈਪ, ਆ ਮੇਰੇ ਕੋਲ 2021 ਪਾਸ ਆਊਟ ਹੈਗਾ। ਬਿਲਕੁਲ ਰਿਫਿਊਜ਼ਲ ਨਾਲ ਉਹਨਾਂ ਨੂੰ ਮਤਲਬ ਨਹੀਂ ਹੁੰਦਾ, ਕੋਈ ਕਿਸੇ ਵੀ ਕਾਲਜ ਯੂਨੀਵਰਸਿਟੀ ਨੂੰ ਰਿਫਿਊਜ਼ਲ ਨਾਲ ਮਤਲਬ ਨਹੀਂ ਹੈਗਾ। ਆਸਟ੍ਰੇਲੀਆ ਵਿੱਚ ਚੱਲਦਾ, ਕੈਨੇਡਾ ਵਿੱਚ ਨਹੀਂ ਚੱਲਦਾ। ਤਾਂ ਐਡਮਿਸ਼ਨ ਐਡਵਾਈਜ਼ਰ ਦੇ ਕੋਲ ਜੇ 4 ਸੀਟਾਂ ਪਈਆਂ ਤਾਂ ਉਹਨੇ ਪ੍ਰਾਇਮਰੀ ਕੋਸ਼ਿਸ਼ ਇਹ ਕਰਨੀ ਹੈ ਕਿ ਮੈਂ 2023 ਪਾਸ ਆਊਟ ਬੱਚੇ ਨੂੰ ਰੀਸੈਂਟ ਪਾਸ ਆਊਟ ਨੂੰ ਦਵਾਂ। ਤਾਂ ਇਸ ਕਰਕੇ ਤੇ ਜਦੋਂ ਤੱਕ ਤੁਹਾਨੂੰ ਲੱਗਦਾ ਕਿ ਤੁਹਾਡੇ ਅੱਗੇ ਕੰਪੀਟੀਸ਼ਨ ਵਧਣ ਵਾਲਾ ਹੈ, ਉਸ ਤੋਂ ਪਹਿਲਾਂ ਹੀ ਆਪਣੀ ਫਾਈਲ ਹਾਈ ਕਮਿਸ਼ਨ 'ਚ ਵੀਜ਼ਾ ਦੇ ਵਾਸਤੇ ਪ੍ਰੈਜ਼ੈਂਟ ਕਰ। ਜੀ ਬਿਲਕੁਲ। ਸੋ ਜ਼ਰੂਰ ਕਹਿਣਾ ਚਾਹਾਂਗੇ ਜਿਨ੍ਹਾਂ ਦੇ ਰਿਫਿਊਜ਼ਲ ਆ ਚੁੱਕੀ ਹੈ ਕਿਸੇ ਵੀ ਕਾਰਨ, ਤਾਂ ਤੁਸੀਂ ਜ਼ਰੂਰ ਟਾਈਮਲੀ ਸਲਾਹ ਲਓ। ਨੰਬਰ ਡਿਸਪਲੇ ਹੈ ਜੀ EIFS ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਜ਼ਰੂਰ ਕਰੋ, ਤਾਂ ਕਿ ਚੰਗੀਆਂ ਆਪਸ਼ਨਸ ਬਾਰੇ ਤੁਹਾਨੂੰ ਹਲੇ ਵੀ ਪਤਾ ਚੱਲੇ ਤੇ ਤੁਸੀਂ ਉਸ ਰਸਤੇ ਤੁਰ ਕੇ ਆਪਣਾ ਵੀਜ਼ਾ ਜੋ ਹੈ ਜ਼ਰੂਰ ਹਾਸਲ ਕਰ ਸਕੋ। ਸੋ ਆਪਾਂ ਗੱਲ ਮੈਂ ਜ਼ਰੂਰ ਇੱਥੇ ਸਕਾਲਰਸ਼ਿਪਸ ਬਾਰੇ ਵੀ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੀ ਕਿ ਫਰੈਸ਼ ਸਟੂਡੈਂਟਸ ਲਈ ਜਾਂ ਜਿਹੜੇ ਰਿਫਿਊਜ਼ਡ ਕੇਸਿਸ ਨੇ, ਕੀ ਸਕਾਲਰਸ਼ਿਪਸ ਵੀ ਅਵੇਲੇਬਲ ਨੇ ਸੈਪਟੈਂਬਰ ਇਨਟੇਕ ਲਈ? ਮੈਮ ਦੇਖੋ ਇਦਾਂ ਹੈ ਕਿ ਜੋ ਕੋਈ ਰਿਫਿਊਜ਼ਡ ਹੈ ਉਹਦੇ ਨਾਲ ਯੂਨੀਵਰਸਿਟੀ ਜਾਂ ਕਾਲਜ ਨੂੰ ਕੋਈ ਫਰਕ ਨਹੀਂ ਪੈਂਦਾ, ਬਿਕੋਜ਼ ਕੈਨੇਡਾ ਦੇ ਐਪਲੀਕੇਸ਼ਨ ਫਾਰਮ ਮੈਂ ਤੁਹਾਨੂੰ ਕਲੀਅਰਲੀ ਦੱਸਦਾ, ਜਦੋਂ ਆਪਾਂ ਐਡਮਿਸ਼ਨ ਪਾਉਂਦੇ ਆ ਨਾ, ਉਹ ਕਦੇ ਨਹੀਂ ਪੁੱਛਦਾ ਕਿ ਤੁਸੀਂ ਰਿਫਿਊਜ਼ ਹੋ ਜਾਂ ਨਹੀਂ ਹੋ। ਓਕੇ, ਠੀਕ ਹੈ। ਸਕਾਲਰਸ਼ਿਪ ਦਾ ਕ੍ਰਾਈਟੇਰੀਆ ਹਮੇਸ਼ਾ ਹੀ ਇੱਕੋ ਰਹਿੰਦਾ ਹੈ, ਸੇਮ ਰਹਿੰਦਾ ਹੈ। ਹੁਣ ਜਿੱਦਾਂ ਮੈਂ ਜੋ ਤੁਹਾਨੂੰ $10,000 ਵਾਲਾ ਕਾਲਜ ਦੱਸਿਆ ਸਰੀ ਦੇ ਵਿੱਚ, ਇਹਦੇ ਵਿੱਚ ਬੱਚੇ ਨੂੰ $2300 ਦੀ 1 ਸਾਲ ਦੇ ਵਿੱਚ ਸਕਾਲਰਸ਼ਿਪ ਵੀ ਮਿਲ ਰਹੀ ਹੈ। ਠੀਕ ਹੈ, $2300 ਮਤਲਬ 1.5 ਲੱਖ ਦੇ ਆਸ-ਪਾਸ ਹੋ ਹੀ ਗਿਆ ਤੁਹਾਡਾ, ਤਾਂ ਇੱਕ ਬਹੁਤ ਵੱਡੀ ਰਕਮ ਹੈਗੀ $2300 ਵੀ। ਠੀਕ ਹੈ। ਰੈਸਟ ਅਦਰ ਕਾਲਜਿਸ ਜੋ ਹੈਗੇ ਆ ਉਹਨਾਂ ਵਿੱਚ ਵੀ ਸਕਾਲਰਸ਼ਿਪ ਪਾਰਟ ਅਵੇਲੇਬਲ ਹੈਗਾ, ਜਿੱਦਾਂ ਯੋਕਨ ਯੂਨੀਵਰਸਿਟੀ ਆ ਗਈ, ਇਹਦੇ ਵਿੱਚ ਵੀ ਤੁਹਾਨੂੰ $10,000 ਤੱਕ ਦੀ ਵੀ ਸਕਾਲਰਸ਼ਿਪ ਹੈ। ਲੇਕਿਨ ਉਹ ਡਿਪੈਂਡ ਕਰਦਾ ਹੈ ਸਾਡੇ ਕ੍ਰਾਈਟੇਰੀਆ ਉੱਤੇ, ਸਾਡੇ ਪਰਸੈਂਟੇਜ ਕਿੰਨੀ ਹੈ, ਸਾਡੇ ਮਾਰਕਸ ਕਿੰਨੇ ਹੈ। ਨਾਰਮਲੀ ਕੈਨੇਡਾ ਦੇ ਵਾਸਤੇ ਇੱਕ ਸਟੂਡੈਂਟ ਦਾ ਐਸਟੀਮੇਟ ਲੈ ਕੇ ਚੱਲੇ ਕਿ ਸਾਡੀ $14,000 ਤੋਂ ਲੈ ਕੇ $18,000 ਦੇ ਵਿੱਚ ਜੇ ਆਪਾਂ ਕਾਲਜ 'ਚ ਜਾਂਦੇ ਹਾਂ ਸਾਡੀ ਫੀਸ ਹੋਏਗੀ। ਜੇ ਆਪਾਂ ਹਾਈਲੀ ਲੈਵਲ ਯੂਨੀਵਰਸਿਟੀ ਜਾਂ ਕਾਲਜ 'ਚ ਜਾਂਦੇ ਹਾਂ ਫਿਰ ਤੁਸੀਂ ਲੈ ਕੇ ਚਲੋ $20,000 ਤੇ ਉੱਤੇ ਦੀ ਸਾਡੀ ਹੈਗੀ। ਹੁਣ ਮੈਕਗਿਲ ਹੈਗੀ, ਉਹਦੀ $43,000 ਫੀਸ ਹੈ, ਬਟ ਉਸ ਪਾਸੇ ਬੱਚਾ ਜਾਂਦਾ ਨਹੀਂ, ਬਿਕੋਜ਼ ਬੱਚੇ ਨੂੰ ਫੀਸਾਂ ਤਾਰਨਾ ਵੀ ਔਖੀ ਹੈ। ਬਿਲਕੁਲ ਸਹੀ ਗੱਲ ਤੁਸੀਂ ਕਹੀ। ਚਲੋ ਆਪਾਂ ਕੈਨੇਡਾ ਦੇ ਸਟੱਡੀ ਵੀਜ਼ਾ ਦੀ ਤਾਂ ਗੱਲ ਕੀਤੀ ਹੈ, ਸਕੂਲਿੰਗ ਵੀਜ਼ਾ ਦੀ ਵੀ ਆਪਾਂ ਗੱਲ ਕਰ ਲਈਏ। ਜੋ ਸਟਾਰਟਿੰਗ ਵਿੱਚ ਮੈਂ ਗੱਲ ਕੀਤੀ ਸੀ ਕਿ ਕੁਝ ਖਾਸ ਬੈਨੀਫਿਟਸ ਤੁਸੀਂ ਅੱਜ ਸਾਡੇ ਦਰਸ਼ਕਾਂ ਨੂੰ ਦੱਸੋਗੇ, ਸੋ ਜ਼ਰੂਰ ਦੱਸੋ ਕੀ ਨਵੀਂ ਚੀਜ਼ਾਂ ਲੈ ਕੇ ਆਏ ਹੋ ਤੁਸੀਂ ਸਕੂਲਿੰਗ ਵੀਜ਼ਾ ਲਈ? ਜੀ, ਸਕੂਲਿੰਗ ਵੀਜ਼ਾ ਦੇ ਵਾਸਤੇ ਸਭ ਤੋਂ ਪ੍ਰਾਇਮਰੀ ਗੱਲ ਜੋ ਹੈਗੀ ਹੈ ਕਿ ਸਾਰੇ ਪੇਰੈਂਟਸ ਨੂੰ ਇੱਕੋ ਹੀ ਡਾਊਟ ਰਹਿੰਦਾ ਕਿ ਕੀ ਸਾਡਾ ਵਰਕ ਪਰਮਿਟ ਹੋਏਗਾ ਕਿ ਨਹੀਂ, ਬਿਕੋਜ਼ ਆਪਾਂ ਅੱਜ ਤੱਕ ਜਿੰਨੇ ਵੀ ਸ਼ੋਅ ਕੀਤੇ ਮੈਂ ਇਹੋ ਕਿਹਾ ਕਿ ਹਮੇਸ਼ਾ ਪੇਰੈਂਟਸ ਵਿਜ਼ਟਰ ਵੀਜ਼ਾ ਤੇ ਜਾਣਗੇ, ਲੇਕਿਨ ਅਪਡੇਟ ਮੇਜਰ ਇਹ ਹੈਗਾ ਕਿ ਜਿੱਦਾਂ ਹੁਣ ਫਲੈਗ ਪੁਲਿੰਗ ਬੰਦ ਹੋਣ ਕਰਕੇ ਹੁਣ ਪੇਰੈਂਟਸ ਵਰਕਿੰਗ ਰਾਈਟਸ ਦੇ ਨਾਲ ਕੈਨੇਡਾ ਜਾ ਸਕਦੇ ਆ। EIFS ਤੁਹਾਡੇ ਨਾਲ ਵਾਸਤੇ ਇੱਕ ਹੋਰ ਇਹਦੇ ਵਿੱਚ ਚੀਜ਼ ਲੈ ਕੇ ਆਇਆ ਕਿ ਜੋ ਤੁਸੀਂ ਸਾਡੇ ਰਾਹੀਂ ਸਕੂਲਿੰਗ ਵੀਜ਼ਾ ਅਪਲਾਈ ਕਰਦੇ ਹੋ, ਜੋ ਸਾਡਾ ਐਗਰੀਮੈਂਟ ਹੋਏਗਾ ਉਹ ਤੁਹਾਡਾ ਅੰਟਿਲ PR ਤੱਕ ਹੋਏਗਾ। ਇਟ ਮੀਨਸ ਆਪਾਂ PR ਤੱਕ ਦੀ ਹੈਲਪ ਕਰਨੀ ਹੈ ਤੁਹਾਡੀ, ਔਰ PR ਦੀ ਫਾਈਲ ਵੀ EIFS ਹੀ ਤੁਹਾਡਾ ਆਈਦਰ ਚੰਡੀਗੜ੍ਹ ਜਾਂ ਬਰੈਂਪਟਨ ਆਫਿਸ ਤੋਂ ਸਾਰਾ ਇਹ ਚੀਜ਼ ਕਰੇਗਾ। ਪੇਮੈਂਟਸ ਦੀ ਗੱਲ ਰਹੀ ਹੈ, ਜਿੱਦਾਂ ਪਹਿਲਾਂ ਸਾਡੇ ਸਟੂਡੈਂਟ ਵੀਜ਼ਾ ਦੇ ਅਪਰੂਵਲ ਦਾ, ਬੱਚੇ ਦਾ ਸਕੂਲਿੰਗ ਵੀਜ਼ਾ ਦੇ ਅਪਰੂਵਲ ਦਾ, ਪੇਰੈਂਟ ਦੇ ਵੀਜ਼ਾ ਦਾ ਅਪਰੂਵਲ ਦਾ ਜੋ ਪਾਰਟ ਬਣੇਗਾ ਉਹ ਤੁਸੀਂ ਪਹਿਲਾਂ ਇੱਧਰ ਕਰੋਗੇ। ਠੀਕ ਹੈ ਜੀ। 2 ਸਾਲ ਦਾ PR ਦਾ ਆਪਣਾ ਪ੍ਰੋਸੈਸ ਰਹੇਗਾ, ਬਿਕੋਜ਼ ਸਾਨੂੰ 2 ਸਾਲ ਦੇ ਕੈਨੇਡੀਅਨ ਐਕਸਪੀਰੀਅੰਸ ਦੀ ਜ਼ਰੂਰਤ ਹੈਗੀ ਹੈ। ਤਾਂ ਜੋ PR ਪਾਰਟ ਵਾਲਾ ਜੋ ਪੇਮੈਂਟ ਹੈਗੀ ਆ ਉਹ ਸਾਰੀ ਤੁਸੀਂ ਆਪਣੀ PR ਹੋਣ ਤੋਂ ਬਾਅਦ ਦੋਗੇ। ਓਵਰਆਲ ਐਕਸਪੈਂਸ ਦੱਸ ਦਿੰਦਾ, ਜੇਕਰ ਆਪਣਾ ਇੱਕ ਕਿਡ ਔਰ ਮੰਮੀ ਪਾਪਾ ਦਾ ਲੈ ਕੇ ਚੱਲਣਾ ਤਾਂ 1 ਸਾਲ ਦੀ ਫੀਸ ਮਿਲਾ ਕੇ, PR ਦਾ ਮਿਲਾ ਕੇ ਔਰ ਵਰਕਿੰਗ ਰਾਈਟ ਸਾਰਾ ਕੁਝ ਮਿਲਾ ਕੇ ਤੁਹਾਡਾ ਨੀਅਰ ਅਬਾਊਟ 16 ਲੱਖ ਦਾ ਐਕਸਪੈਂਸ ਬੈਠਦਾ ਹੈ। ਔਰ ਜੇਕਰ 2 ਕਿਡਸ ਹੈ, ਇੱਕ ਬੱਚੇ ਨੂੰ ਆਪਾਂ ਸਕੂਲਿੰਗ ਵੀਜ਼ਾ ਤੇ ਭੇਜਿਆ ਹੈ ਔਰ ਦੂਜੇ ਨੂੰ ਜਦੋਂ ਆਪਾਂ ਫਿਰ ਬਾਅਦ 'ਚੋਂ ਉਹ ਕਰਨਾ ਹੈਗਾ, ਜਿੱਦਾਂ ਪਹਿਲਾਂ ਬੱਚੇ ਨਾਲ ਮਦਰ ਚੱਲ ਗਿਆ ਔਰ ਫਾਦਰ ਔਰ ਦੂਜਾ ਬੱਚਾ ਬਾਅਦ 'ਚੋਂ ਜਾ ਰਿਹਾ, ਉਹਦਾ ਹਾਰਡਲੀ 30 ਤੋਂ 40,000 ਰੁਪਏ ਐਕਸਪੈਂਸ ਹੈ। ਇਹ ਨਹੀਂ ਹੈਗਾ ਕਿ ਦੂਜੇ ਪੇਰੈਂਟਸ ਦਾ ਵੀ ਨਾਲ PR ਕਰਵਾਉਣੇ ਆ ਜਾਂ ਉਹਨਾਂ ਨੂੰ ਵਰਕਿੰਗ ਰਾਈਟਸ ਤੇ ਲਾਉਣੇ ਆ, ਤਾਂ ਉਹਦਾ ਤੁਹਾਡੇ ਤੋਂ ਅੰਨੇ ਵਾਂਗੂ ਜਿੱਦਾਂ ਅਦਰ ਕੰਸਲਟੈਂਟਸ ਕਰਦੇ ਆ ਉੱਦਾਂ ਤੁਹਾਡੇ ਤੋਂ ਪੈਸੇ ਲਿੱਤੇ ਜਾਣਗੇ ਨਹੀਂ। ਪਰ ਐਪਲੀਕੈਂਟ ਜੋ ਤੁਸੀਂ ਐਡ ਕਰੋਗੇ ਉਹਦੀ ਜਸਟ ਐਮਬੈਸੀ ਫੀਸ ਔਰ 10,000 ਦੇ ਨੀਅਰ ਅਬਾਊਟ ਐਕਸਟਰਾ ਐਕਸਪੈਂਸ ਰਹੇਗਾ। ਦੂਜੀ ਮੈਂ ਇੱਕ ਮੇਜਰ ਚੀਜ਼ ਬਿਲਕੁਲ ਅਪਡੇਟ ਇਹਨਾਂ ਨੂੰ ਕਰਨਾ ਚਾਹੁੰਦਾ ਸਾਰਿਆਂ ਨੂੰ ਸਕੂਲਿੰਗ ਵੀਜ਼ਾ ਦੇ ਉੱਤੇ, ਕਿ ਜੋ ਮੇਰੇ ਕੋਲ ਹੁਣ ਬਹੁਤ ਜ਼ਿਆਦਾ ਕੁਐਰੀਜ਼ ਆ ਰਹੀਆਂ ਹੈਗੀਆਂ,
ਉਹ ਆ ਰਹੀਆਂ ਕਿ ਮੈਂ ਪਹਿਲਾਂ ਵੀ ਇਸ ਮੰਚ ਤੇ ਦੱਸ ਚੁੱਕਿਆ ਕਿ ਤੁਹਾਨੂੰ 3-3 4-4 ਲੱਖ ਦੇ ਵਿੱਚ ਉੱਥੇ ਵਰਕ ਪਰਮਿਟ 6 ਮਹੀਨੇ ਦਾ ਸਟੇ ਤੇ 2 에ਅਰ ਟਿਕਟਸ ਦਾ ਚਾਂਸਾ ਦਿੱਤਾ ਜਾ ਰਿਹਾ। ਬਿਲਕੁਲ ਆਹ ਟੋਟਲੀ ਫੇਕ ਹੈਗਾ ਹੈ। ਇਸ ਕਰਕੇ ਕਾਫੀ ਪ੍ਰੋਫਾਈਲਸ ਖਰਾਬ ਹੋ ਰਹੀਆਂ। ਇਸ ਚਾਂਸੇ ਵਿੱਚ ਬਿਲਕੁਲ ਨਾ ਫਸਿਓ। ਤੁਸੀਂ ਆਪ ਸੋਚ ਸਕਦੇ ਹੋ ਕਿ ਕੈਨੇਡਾ ਦੀ ਟਿਕਟ ਹੀ 1.5 ਲੱਖ ਦੀ ਔਰ ਉਹ ਤੁਹਾਨੂੰ ਸਿਰਫ 3 ਲੱਖ ਦੇ ਵਿੱਚ 2 에ਅਰ ਟਿਕਟ ਔਰ 6 ਮਹੀਨੇ ਦਾ ਸਟੇ ਦੇ ਰਿਹਾ। ਉਹ ਸਿਰਫ ਤੁਹਾਡੇ ਤੋਂ ਕੁਝ ਚਾਰजेस ਲੈ ਕੇ ਤੁਹਾਡੀ ਸਿਰਫ ਵਿਜ਼ਟਰ ਵੀਜ਼ਾ ਉੱਤੇ 9000 ਐਮਬੈਸੀ ਫੀਸ ਭਰ ਕੇ ਫਾਈਲ ਲਗਾ ਰਿਹਾ, ਅਪਰੂਵਲ ਨਹੀਂ ਆ ਰਿਹਾ ਤਾਂ 3 ਲੱਖ ਉਹਨਾਂ ਨੇ ਤੁਹਾਡੇ ਤੋਂ ਲਿਆ ਜਾਂ 2 ਲੱਖ ਲਿਆ ਤਾਂ ਉਹਦੇ ਤੋਂ 1.5 ਲੱਖ ਕੱਟ ਕੇ 50000 ਵਾਪਸ ਕਰ ਰਿਹਾ। ਲੇਕਿਨ ਪੈਸੇ ਦੇ ਨੁਕਸਾਨ ਦੇ ਨਾਲ ਨਾਲ ਸਮੇਂ ਦਾ ਨੁਕਸਾਨ ਵੀ ਹੋ ਰਿਹਾ ਔਰ ਦੂਜਾ ਤੁਹਾਡੀ ਪ੍ਰੋਫਾਈਲ ਵੀ ਖਰਾਬ ਹੋ ਰਹੀ ਹੈ। ਬਿਕੋਜ਼ ਤੁਹਾਨੂੰ ਇਹ ਪਤਾ ਨਹੀਂ ਹੋਏਗਾ ਕਿ ਉਹਨਾਂ ਨੇ ਤੁਹਾਡੀ ਜੋ ਵਿਜ਼ਟਰ ਵੀਜ਼ਾ ਦੀ ਫਾਈਲ ਲਗਾਈ ਹੈ ਉਹ ਕਿਸ ਬੇਸ ਦੇ ਉੱਤੇ ਲਗਾਤੀ। ਬਿਲਕੁਲ ਬਿਲਕੁਲ ਤੁਹਾਡੇ ਨਾਲ ਕੁਝ ਨਹੀਂ ਸ਼ੇਅਰ ਕੀਤਾ ਜਾਂਦਾ। ਤਾਂ ਇਹ ਜੋ ਚਾਂਸ ਹੈਗਾ 3-4 ਲੱਖ ਰੁਪਏ ਦਾ ਫੀਸ ਕੈਨੇਡਾ ਪਹੁੰਚ ਕੇ ਦੇਣੀ ਹੈ ਤੇ ਆਪਾਂ ਤੁਹਾਨੂੰ ਟਿਕਟ ਦੇ ਰਹੇ ਹਾਂ, ਆਪਾਂ ਤੁਹਾਨੂੰ ਸਟੇ ਦੇ ਰਹੇ ਹਾਂ। ਬਿਕੋਜ਼ ਤੁਸੀਂ ਭੋਲੇ ਲੋਕ ਹੋ, ਤੁਸੀਂ ਇਹਨਾਂ ਗੱਲਾਂ ਵਿੱਚ ਫਸ ਜਾਂਦੇ ਹੋ ਤੇ ਮੈਂ ਕਲੀਅਰਲੀ ਕਹਿ ਰਿਹਾ ਇਹਨਾਂ ਗੱਲਾਂ ਦੇ ਵਿੱਚ ਨਾ ਆਇਓ। ਐਦਾਂ ਨਾ ਹੋਵੇ ਕਿ ਕੱਲ ਨੂੰ ਜੇ ਤੁਸੀਂ ਸਹੀ ਰਾਹ ਦੇ ਨਾਲ ਸਹੀ ਤਰੀਕੇ ਦੇ ਨਾਲ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਤੁਹਾਡੀ ਫਾਈਲ ਆਪਾਂ ਪ੍ਰੈਜ਼ੈਂਟ ਨਾ ਕਰ ਪਾਈਏ। ਜੀ ਜੀ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ। ਤੇ ਤੁਹਾਨੂੰ ਕੀ ਲੱਗਦਾ ਜਿਵੇਂ ਅੱਜ ਕੱਲ੍ਹ ਆਪਾਂ ਦੇਖੀਏ ਕਿ ਸਟੱਡੀ ਵੀਜ਼ਾ ਤੇ ਤਾਂ ਬਹੁਤ ਜ਼ਿਆਦਾ ਜ਼ੋਰ ਨਜ਼ਰ ਆਉਂਦਾ, ਲੇਕਿਨ ਸਕੂਲਿੰਗ ਵੀਜ਼ਾ ਜਿਹੜਾ ਉਸ ਉੱਪਰ ਬਹੁਤ ਜ਼ਿਆਦਾ ਕੰਸਲਟੈਂਟਸ ਇਸ ਤਰ੍ਹਾਂ ਪ੍ਰੋਗਰਾਮਸ ਨਹੀਂ ਲੈ ਕੇ ਆ ਰਹੇ। ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਕੂਲਿੰਗ ਵੀਜ਼ਾ ਬਹੁਤ ਜ਼ਿਆਦਾ ਹਾਈਲਾਈਟ ਹੋਣ ਵਾਲਾ ਹੈ, ਬਹੁਤ ਜ਼ਿਆਦਾ ਡਿਮਾਂਡ ਵਿੱਚ ਰਹਿਣ ਵਾਲਾ ਹੈ। ਬਿਲਕੁਲ ਮੈਮ, ਮੈਨੂੰ ਤਾਂ ਆਪਣੀ IFS ਤੇ ਪੂਰਾ ਟਰਸਟ ਹੈਗਾ ਕਿ ਆਉਣ ਵਾਲੇ ਸਮਾਂ ਦੇ ਵਿੱਚ ਜਿੱਦਾਂ ਆਪਾਂ ਸਟੂਡੈਂਟ ਵੀਜ਼ਾ ਸ਼ੇਅਰ 1 ਮਹੀਨੇ ਦੇ ਵਿੱਚ 5-6 ਕਰਨੇ ਹੁੰਦੇ ਆ, ਉੱਦਾਂ ਸਕੂਲਿੰਗ ਵੀਜ਼ਾ ਵੀ ਤੁਹਾਡੇ ਨਾਲ ਮਹੀਨੇ ਦੇ 5-10 ਜ਼ਰੂਰ ਸ਼ੇਅਰ ਕਰਾਂਗੇ। ਬਿਕੋਜ਼ ਇਸ ਟਾਈਮ ਅਪਰੂਵਲ ਬਹੁਤ ਵਧੀਆ ਆ ਰਿਹਾ ਸਕੂਲਿੰਗ ਵੀਜ਼ਾ ਦੇ। ਸਾਨੂੰ ਸਕੂਲਸ ਤੋਂ ਆਉਂਦੇ ਅਪਡੇਟ ਵਗੈਰਾ ਆਉਂਦੇ ਰਹਿੰਦੇ ਆ, ਉਹ ਵੀ ਆਪਣੀ ਟਰਮਸ ਐਂਡ ਕੰਡੀਸ਼ਨਸ ਅਪਡੇਟ ਜਿੱਦਾਂ ਕਰਦੇ ਆ। ਔਰ ਡੇਲੀ ਬੇਸਿਸ ਤੇ ਆਪਾਂ ਦੇਖ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਜੋ ਸਾਡੇ ਟਾਈ ਅਪ ਦੇ ਵਿੱਚ ਸਕੂਲਸ ਹੈਗੇ ਆ, ਮਤਲਬ ਹਫਤੇ ਤੋਂ ਤੁਸੀਂ ਲੈ ਕੇ ਚਲੋ 2-3 ਫਰੈਸ਼ ਸਟੂਡੈਂਟਸ ਉੱਥੋਂ ਪਹੁੰਚ ਰਿਹਾ। ਨਾਟ ਓਨਲੀ ਫਰੋਮ ਇੰਡੀਆ, ਇਕੱਲੇ ਪੰਜਾਬ ਤੋਂ ਨਹੀਂ, ਆਪਾਂ ਗੁਜਰਾਤ ਤੋਂ, ਸ਼੍ਰੀਲੰਕਾ, ਬੰਗਲਾਦੇਸ਼, ਹਰ ਕੰਟਰੀਜ਼ ਤੋਂ ਦੇਖ ਰਹੇ ਉੱਥੇ ਸਟੂਡੈਂਟ ਨੂੰ ਸਕੂਲਿੰਗ ਵੀਜ਼ਾ ਦੇ ਉੱਤੇ ਪਹੁੰਚ ਰਿਹਾ। ਲੇਕਿਨ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਸਹੀ ਢੰਗ ਦੇ ਨਾਲ ਪ੍ਰੈਜੈਂਟੇਸ਼ਨ। ਆਹ ਚੀਜ਼ ਦਾ ਧਿਆਨ ਰੱਖਿਓ। ਫਾਈਨੈਂਸ਼ੀਅਲਸ ਬਹੁਤ ਵਧੀਆ ਚਾਹੀਦੇ ਇਹਦੇ ਵਿੱਚ। ਔਰ ਸਭ ਤੋਂ ਵੱਡੀ ਗੱਲ, ਟਿਊਸ਼ਨ ਫੀਸ ਭਰੇ ਬਿਨਾਂ ਵੀਜ਼ਾ ਨਹੀਂ ਆਉਂਦਾ। ਇਸ ਗੱਲ ਦਾ ਧਿਆਨ ਰੱਖਿਓ। ਮੋਸਟਲੀ ਮੈਂ ਜਿੰਨੇ ਦੇਖਿਆ ਇਸੇ ਚੀਜ਼ ਦੇ ਉੱਪਰ ਹੋ ਰਿਹਾ ਕਿ ਜੋ ਟਿਊਸ਼ਨ ਫੀਸ ਹੈ ਉਹ ਤਾਂ ਆਪਾਂ ਕੈਨੇਡਾ ਜਾ ਕੇ ਹੀ ਦੇਣੀ ਹੈ। ਇੱਕ ਨਾਰਮਲ ਸਕੂਲਿੰਗ ਵੀਜ਼ਾ ਸਟੂਡੈਂਟ ਵੀਜ਼ਾ ਦੀ ਤਰ੍ਹਾਂ ਹੀ ਹੈ। ਕਿਸੇ ਨੂੰ ਪੁੱਛ ਲਓ, ਸਟੂਡੈਂਟ ਵੀਜ਼ਾ ਜੋ ਹੈਗਾ ਸਾਰੇ ਕਹਿੰਦੇ ਆ ਸਾਲ ਦੀ ਫੀਸ ਭਰਨੀ ਪੈਂਦੀ ਹੈ, ਉੱਦਾਂ ਹੀ ਸਕੂਲਿੰਗ ਵੀਜ਼ਾ ਹੈ। ਇੱਥੇ ਸਿਰਫ ਫਰਕ ਆ ਗਿਆ ਏਜ ਦਾ ਕਿ ਬੱਚਾ ਮਾਈਨਰ ਹੈ, ਪੇਰੈਂਟ ਐਜ਼ ਅ ਗਾਰਜੀਅਨ ਬੱਚੇ ਦੀ ਕਸਟਡੀ ਦੇ ਤੌਰ ਤੇ ਨਾਲ ਜਾ ਰਿਹਾ। ਬਾਕੀ ਸਾਰਾ ਪ੍ਰੋਸੈਸ ਸਟੂਡੈਂਟ ਵੀਜ਼ਾ ਵਾਲਾ ਹੀ ਹੈ। ਤੇ ਇੱਕ ਸਟੂਡੈਂਟ 12ਵੀਂ ਪਾਸ ਆਊਟ ਬੱਚੇ ਨੂੰ ਫੀਸ ਭਰਨਾ ਜ਼ਰੂਰੀ ਹੈ ਤਾਂ ਛੋਟੇ ਬੱਚੇ ਨੂੰ ਫੀਸ ਭਰਨਾ ਨਹੀਂ ਜ਼ਰੂਰੀ ਹੈ। ਜੋ ਏਜੰਟ ਤੁਹਾਨੂੰ ਇਦਾਂ ਦੀਆਂ ਗੱਲਾਂ ਦੱਸ ਰਿਹਾ ਨਾ ਉਹ ਤੁਹਾਨੂੰ ਸਰਾਸਰ ਬੇਵਕੂਫ ਬਣਾ ਰਿਹਾ। ਜੀ ਬਿਲਕੁਲ। ਸੋ ਤੁਸੀਂ ਬੇਵਕੂਫ ਨਾ ਬਣੋ, ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਠੱਗੀ ਨਾ ਹੋਵੇ। ਇਸੇ ਲਈ ਅਸੀਂ ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਇੱਥੇ ਲੈ ਕੇ ਆਉਂਦੇ ਹਾਂ, ਕਿਉਂਕਿ ਤੁਹਾਡੇ ਹੀ ਕੁਝ ਸਵਾਲ ਜਿਹੜੇ ਸਾਡੇ ਤੱਕ ਪਹੁੰਚਦੇ ਨੇ, ਉਹਨਾਂ ਸਵਾਲਾਂ ਨੂੰ ਹੀ ਅਸੀਂ ਪ੍ਰੋਗਰਾਮ ਦਾ ਹਿੱਸਾ ਬਣਾਉਂਦੇ ਹਾਂ ਤਾਂ ਕਿ ਹੋਰ ਵੀ ਪੇਰੈਂਟਸ ਜਾਂ ਸਟੂਡੈਂਟਸ ਅਗਰ ਜਾਣਨਾ ਚਾਹੁੰਦੇ ਨੇ ਕੁਝ ਅਪਡੇਟਸ ਨੂੰ, ਨਵੀਂ ਇਨਫੋਰਮੇਸ਼ਨ ਅਸੀਂ ਆਪਣੇ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਟਾਈਮਲੀ ਪਹੁੰਚਾ ਸਕੀਏ। ਫਿਰ ਵੀ ਤੁਹਾਡਾ ਕੋਈ ਸਵਾਲ ਹੈ, ਨੰਬਰ ਜਿਹੜਾ ਡਿਸਪਲੇਸ ਉੱਪਰ ਤੁਸੀਂ ਕਾਲ ਕਰੋ। EIFS ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰਕੇ ਸਹੀ ਰਾਹ ਚੁਣਦੇ ਹੋਏ, ਜੈਨੂਇਨ ਵੇ ਦੇ ਨਾਲ ਅਪਲਾਈ ਕਰਦੇ ਹੋਏ ਆਪਣਾ ਵੀਜ਼ਾ ਜ਼ਰੂਰ ਹਾਸਲ ਕਰੋ। ਸੈਕਟਰ 40C ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਆਫਿਸ ਹੈ। ਡਾਕੂਮੈਂਟਸ ਲੈ ਕੇ ਆਓ, ਅਸੈਸਮੈਂਟ ਜ਼ਰੂਰ ਕਰਾਓ। ਅਸੈਸਮੈਂਟ ਕਰਵਾਉਣ ਦਾ ਕਿੰਨਾ ਕੁ ਫਰਕ ਪੈਂਦਾ ਜਦੋਂ ਸਟੂਡੈਂਟ ਪਹਿਲਾਂ ਮਨ ਹੋਰ ਬਣਾ ਕੇ ਆਉਂਦੇ ਆ, ਅਸੈਸਮੈਂਟ ਕਰਾਏ ਤੇ ਕਿੰਨੀਆਂ ਕੁ ਨਵੀਆਂ ਆਪਸ਼ਨਸ ਉਹਨਾਂ ਨੂੰ ਪਤਾ ਚੱਲਦੀਆਂ ਨੇ। ਮੈਮ ਦੇਖੋ, ਅਸੈਸਮੈਂਟ ਕੀ ਚੀਜ਼ ਹੁੰਦੀ ਹੈ ਐਕਚੁਅਲੀ, ਜਿੱਦਾਂ ਬੱਚਾ ਪੁੱਛਦਾ ਹੈ ਨਾ ਕਿ ਮੈਨੂੰ ਕਿਹੜਾ ਮਿਲ ਜਾਏਗਾ, ਉਹ ਮੋਸਟਲੀ ਮਾਰਕੀਟ ਦੇ ਵਿੱਚ ਕੀ ਹੈ ਕਿ ਬੱਚੇ ਨੂੰ 8-10 ਕੋਰਸ ਦੱਸ ਦਿਓ, 8-10 ਕਾਲਜ ਦੱਸ ਦਿਓ, ਚੂਜ਼ ਕਰ। ਜਦੋਂ ਬੱਚੇ ਕੋਲ ਇੰਨਾ ਕੁਛ ਆ ਜਾਂਦਾ ਹੈ ਨਾ ਅੱਗੇ, ਤਾਂ ਉਹ ਦੇਖ ਕੇ ਆਪ ਹੀ ਪਜ਼ਲ ਹੋ ਜਾਂਦਾ ਹੈ। ਫਿਰ ਉਹ ਕਹਿ ਦਿੰਦਾ, ਜਾਂ ਤਾਂ ਉਹ ਦੇਖਦਾ ਕਿ ਕੋਰਸ ਕਿਹੜਾ ਜਾਂ ਮੈਨੂੰ ਇਹ ਲੱਗਿਆ ਉਹਨੇ ਲਿਆ ਸੀ, ਅੱਛਾ ਇਹ ਕਰ ਦੋ, ਜਾਂ ਫਿਰ ਕਹਿੰਦਾ ਤੂੰ ਆਪ ਦੀ ਮਰਜ਼ੀ ਦੇ ਨਾਲ ਕਰ ਦੋ। EIFS ਅਸੈਸਮੈਂਟ ਇਦਾਂ ਨਹੀਂ ਕਰਦਾ। EIFS ਦੀ ਅਸੈਸਮੈਂਟ ਕਲੀਅਰਲੀ ਗੱਲ ਹੈ, ਸਾਡੀ ਫਾਈਲਿੰਗ ਟੀਮ ਤੁਹਾਨੂੰ ਸਬਜੈਕਟਸ, ਮਾਰਕਸ, ਪ੍ਰੀਵੀਅਸ ਸਟੱਡੀ, ਗੈਪ, ਅਗਰ ਰਿਫਿਊਜ਼ਡ ਹੋ, ਕਿਹੜਾ ਕੋਰਸ ਲਿਆ ਸੀ, ਕਿਹੜਾ ਕਾਲਜ ਸੀਗਾ, ਉਹ ਸਾਰਾ ਕੁਝ ਦੇ ਕੇ ਆਪਾਂ ਬੱਚੇ ਨੂੰ ਸਿਰਫ 1 ਜਾਂ 2 ਕੋਰਸ ਦੱਸਣੇ ਹੁੰਦੇ ਕਿ ਆਪਾਂ ਤੁਹਾਨੂੰ ਇਹਦੇ ਵਿੱਚ ਪਾਉਣਾ ਹੈ। ਔਰ ਜੋ ਬੱਚੇ ਜਿੰਨੇ ਵੀ ਬੱਚੇ ਮੇਰੇ ਨਾਲ ਮਿਲ ਚੁੱਕੇ ਹੈ, ਔਰ ਵੈਸੇ ਤਾਂ ਇੱਕ ਵਧੀਆ ਗੱਲ ਹੈ ਕਿ 21 ਅਪ੍ਰੈਲ ਤੋਂ ਲੈ ਕੇ 29 ਅਪ੍ਰੈਲ ਤੱਕ EIFS ਦੇ ਇਸ ਟਾਈਮ 8 ਬੱਚੇ ਫਲਾਈ ਕਰ ਰਹੇ ਆ ਕੈਨੇਡਾ ਦੇ ਵਾਸਤੇ। ਠੀਕ ਹੈ, ਤਾਂ ਉਹਨਾਂ ਨੂੰ ਵੀ ਪਤਾ ਹੈ ਕਿ ਜਦੋਂ ਵੀ ਮੇਰੇ ਕੋਲ ਆਉਂਦੇ ਤਾਂ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਪੁੱਛਣਾ ਕਿ ਤੁਹਾਨੂੰ ਕੀ ਚਾਹੀਦਾ, ਵੀਜ਼ਾ ਜਾਂ ਸਿਰਫ ਫਾਈਲ ਲਗਾਉਣੀ ਹੈ। ਜੇ ਤਾਂ ਵੀਜ਼ਾ ਹੈ ਫਿਰ ਚੋਇਸ ਮੇਰੀ ਚੱਲੂਗੀ ਜੀ। ਤੁਹਾਨੂੰ ਮਤਲਬ ਹੈ ਕਿ ਤੁਹਾਡਾ ਜੋ ਕੋਰਸ ਹੈਗਾ ਉਹਦੇ ਉੱਤੇ ਤੁਹਾਨੂੰ ਵਰਕ ਪਰਮਿਟ ਮਿਲਣਾ ਚਾਹੀਦਾ। ਤਾਂ EIFS ਜੋ ਵੀ ਬੱਚੇ ਨੂੰ ਕੋਰਸ ਦਿੰਦਾ 2 ਸਾਲ ਦਾ ਮਿਨੀਮਮ, ਬਿਕੋਜ਼ ਡਿਗਰੀ ਵਾਸਤੇ ਬੱਚੇ ਘੱਟ ਆਉਂਦੇ ਆ, ਤਾਂ 2 ਸਾਲ ਦਾ ਕੋਰਸ ਤੇ 3 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਉਹਦੇ ਉੱਤੇ ਤੁਹਾਨੂੰ ਮਿਲੇਗਾ।
ਕੋਰਸ ਦੀ ਚੁਆਇਸ ਹੈ ਉਹ ਮੇਰੇ ਅਕੋਰਡਿੰਗਲੀ ਰਹੇਗੀ। ਐਦਾਂ ਨਹੀਂ ਕਿ ਤੁਹਾਡੇ ਤੋਂ ਲੁਕੋ ਰੱਖਣਾ। ਓਬਵੀਅਸਲੀ ਆਫਰ ਲੈਟਰ ਵਗੈਰਾ ਆਏਗਾ, ਤੁਸੀਂ ਸਾਰਾ ਹੀ ਦੇਖੋਗੇ, ਬਟ EIFS ਤੁਹਾਨੂੰ 1 ਜਾਂ 2 ਕੋਰਸਿਸ ਦੀ ਹੀ ਚੁਆਇਸ ਦਿੰਦਾ ਹੈ। ਆਪਾਂ ਬੱਚਿਆਂ ਨੂੰ ਪਜ਼ਲ ਨਹੀਂ ਕਰਦੇ ਹਾਂ ਜ਼ਿਆਦਾ ਦੇ ਕੇ ਕਿ ਤੁਹਾਨੂੰ ਇੰਨਾ ਪਜ਼ਲ ਕਰਦੀ ਹੈ, ਬਾਅਦ 'ਚੋਂ ਅਨਫੋਰਚੂਨੇਟਲੀ ਕਿਸੇ ਦਾ ਨੈਗੇਟਿਵ ਰਿਜ਼ਲਟ ਆ ਜਾਂਦਾ ਤਾਂ ਅਗਲਾ ਏਜੰਟ ਕਹਿ ਦਿੰਦਾ ਵੀ ਕੋਰਸ ਆਪਾਂ 10 ਦਿੱਤੇ ਸੀ, ਤੁਸੀਂ ਆਪ ਚੂਜ਼ ਕੀਤਾ ਸੀ, ਸਾਡੀ ਕੀ ਗਲਤੀ ਹੈ, ਜਦੋਂ ਪ੍ਰਪੋਜ਼ ਕੋਰਸ ਆਫ ਸਟੱਡੀ ਆ ਗਿਆ। ਤਾਂ EIFS ਨੇ ਇਹ ਚੀਜ਼ ਦਾ ਕੰਮ ਕਰਨਾ ਨਹੀਂ ਹੁੰਦਾ। ਆਪਾਂ ਤੁਹਾਨੂੰ 1 ਜਾਂ 2 ਕੋਰਸ ਉਹੀਓ ਦੱਸਣਾ ਜਿੱਥੇ ਸਾਨੂੰ ਪਤਾ ਕਿ ਤੁਹਾਡਾ ਵੀਜ਼ਾ ਆਣਾ ਹੀ ਆਣਾ ਹੈ। ਜੀ ਬਿਲਕੁਲ, ਇੱਕ ਚੰਗਾ ਕੰਸਲਟੈਂਟ ਉਹੀ ਹੁੰਦਾ ਹੈ ਜੋ ਤੁਹਾਨੂੰ ਕਨਫਿਊਜ਼ ਕਰਨ ਦੀ ਥਾਂ ਤੇ ਤੁਹਾਨੂੰ ਸਾਫ਼ ਰਸਤਾ ਦਿਖਾਉਂਦਾ ਹੈ ਕਿ ਇੱਥੇ ਚੱਲੋ ਤੇ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚ ਜਾਓ। ਸੋ EIFS ਇਮੀਗ੍ਰੇਸ਼ਨਸ ਵੱਲੋਂ ਵੀ ਜੋ ਹੈ ਸਹੀ ਰਸਤਾ ਸਟੂਡੈਂਟਸ ਨੂੰ ਦਿਖਾਇਆ ਜਾਂਦਾ ਹੈ। ਸੋ ਇੱਥੇ ਕੋਰਸ ਸਿਲੈਕਸ਼ਨ ਨੂੰ ਲੈ ਕੇ ਵੀ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗੀ। ਦੇਖੋ ਬੜੇ ਕਈ ਕੁਝ ਕਾਮਨ ਕੋਰਸਿਸ ਚੱਲਦੇ ਨੇ, ਪਰ ਅੱਗੋਂ ਟਾਈਮ ਦੀ ਡਿਮਾਂਡ ਦੇ ਨਾਲ ਕਿਸ ਤਰ੍ਹਾਂ ਦੇ ਐਡਵਾਂਸ ਕੋਰਸਿਸ ਦੀ ਡਿਮਾਂਡ ਹੈ ਜਿਹੜੇ ਫਿਊਚਰ ਵਿੱਚ ਵੀ ਅੱਗੋਂ ਜਾ ਕੇ ਜੋ ਹੈ ਬੈਨੀਫਿਟ ਦੇ ਸਕਣ। ਜੀ ਬਿਲਕੁਲ, ਬਹੁਤ ਸਹੀ ਕੁਐਸਚਨ ਕੀਤਾ ਮੈਮ ਤੁਸੀਂ ਕਿ ਆਪਾਂ ਇੱਕ ਨਾਰਮਲ ਕੁਐਸਚਨ ਕੋਰਸ ਤੇ ਚੱਲਦੇ ਹੁੰਦੇ ਆਪਾਂ ਦੇਖ ਲਿਆ अर्ਲੀ ਚਾਈਲਡਹੁੱਡ ਐਜੂਕੇਸ਼ਨ ਹੈ, ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈ, ਇੱਦਾਂ ਦੇ ਕੋਰਸਿਸ ਹੀ ਮਾਰਕੀਟ ਦੇ ਵਿੱਚ ਚੱਲਦੇ ਆ। ਐਸੋਸੀਏਟ ਆਫ ਆਰਟਸ ਇੱਦਾਂ ਦੇ ਕੋਰਸ ਹੀ ਚੱਲਦੇ ਆ। ਲੇਕਿਨ ਜੋ ਵੀ ਕਿਉਂਕਿ ਕੈਨੇਡਾ ਨੂੰ ਲੈ ਕੇ ਨਾ ਹੁਣ ਮਿੱਥ ਵੀ ਕਾਫੀ ਆ ਰਿਹਾ, ਉੱਥੇ ਕੰਮ ਨਹੀਂ ਬਚਿਆ, ਬੱਚੇ ਡਿਪਰੈਸ਼ਨ 'ਚ ਜਾ ਰਿਹਾ, ਇਹ ਹੈ ਉਹ ਹੈ, ਬਿਕੋਜ਼ ਸਾਡੇ ਕੋਲ ਸਕਿੱਲ ਦੀ ਕਮੀ ਹੈ। ਆਪਾਂ ਜੋ ਇੱਥੋਂ ਪੜ੍ਹਾਈ ਕਰਨ ਜਾ ਰਹੇ ਨਾਰਮਲੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਕਰਨ ਜਾ ਰਹੇ ਹਾਂ ਤਾਂ ਕਿੰਨੇ ਕੁ ਬਿਜ਼ਨਸ ਦੇ ਬੱਚੇ ਰੱਖ ਲੈਣਗੇ ਉਹ। ਤਾਂ ਇਸ ਟਾਈਮ ਜੋ ਬੱਚਿਆਂ ਨੂੰ ਫੋਕਸ ਹੈ ਉਹ ਸਕਿਲਡ ਕੈਟਾਗਰੀ ਵੱਲ ਜ਼ਿਆਦਾ ਕਰਨਾ ਚਾਹੀਦਾ ਹੈ। ਡਿਮਾਂਡ ਦੇਖੋ ਹਰ ਚੀਜ਼ ਦੀ ਹੁੰਦੀ ਹੈ, ਕੋਈ ਵੀ ਕੰਟਰੀ ਗਰੋ ਕਰ ਰਹੀ ਆ ਉਹਨੂੰ ਹਰ ਤਰ੍ਹਾਂ ਦੇ ਵਰਕਰ ਦੀ ਲੋੜ ਹੈ। ਉਹਨੂੰ ਮਾਰਕੀਟਿੰਗ ਵਾਲੇ ਦੀ ਵੀ ਲੋੜ ਹੈ, ਉਹਨੂੰ ਅਕਾਊਂਟੈਂਟ ਦੀ ਵੀ ਲੋੜ ਹੈਗੀ ਹੈ, ਉਹਨੂੰ ਲੇਬਰ ਦੀ ਵੀ ਲੋੜ ਹੈਗੀ ਹੈ, ਕਾਰਪੈਂਟਰ, ਪਲੰਬਰ, AC, ਇੰਜੀਨੀਅਰਸ, ਟੈਕਨੀਸ਼ੀਅਨ, ਕੰਪਿਊਟਰ ਟੈਕਨੀਸ਼ੀਅਨ, ਸਾਰਿਆਂ ਦੀ ਲੋੜ ਪਏਗੀ ਉਹਨੂੰ। ਤਾਂ ਆਪਣਾ ਕੋਰਸ ਇਸ ਟਾਈਮ ਜੋ ਬੱਚਿਆਂ ਨੂੰ ਮੈਂ ਕਹਿੰਦਾ ਉਹ ਸਕਿਲਡ ਕੈਟਾਗਰੀ ਵਿੱਚ ਜ਼ਿਆਦਾ ਫੋਕਸ ਕਰਨ। ਠੀਕ ਹੈ, ਜਿੱਦਾਂ ਹੁਣ ਆਪਾਂ ਕੱਲੀ ਪ੍ਰੋਗਰਾਮਿੰਗ ਨਹੀਂ ਲੈਣੀ ਹੈ। ਮੋਸਟਲੀ ਮੈਂ ਦੇਖਿਆ ਕਿ ਇੱਕ ਪ੍ਰੋਗਰਾਮਿੰਗ ਹੀ ਲਈ ਜਾਂਦੇ ਆ ਬੱਚੇ, ਤੇ ਉਹਦੇ ਬਜਾਏ ਆਪਾਂ ਟੈਕਨੀਸ਼ੀਅਨ ਦਾ ਕੋਰਸ ਲੈ ਲਈਏ। ਦੂਜਾ ਆ ਗਿਆ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਜਗ੍ਹਾ ਹੁਣ ਇੱਕ ਕਾਮਨ ਕੋਰਸ ਹੋਰ ਚੱਲਦਾ IBM ਦਾ ਕੋਰਸ ਦੇ ਦਿੰਦੇ ਚੱਕੇ ਸਾਰਿਆਂ ਨੂੰ। ਉਹਦੇ ਬਜਾਏ ਤੁਸੀਂ ਇੱਕ ਪਾਰਟਿਕੂਲਰ ਲਾਓ ਸਪੈਸ਼ਲਿਟੀ ਸਪਲਾਈ ਚੇਨ ਮੈਨੇਜਮੈਂਟ, ਲੌਜਿਸਟਿਕ ਦਾ ਆਉਂਦਾ ਹੈ, ਟਰੱਕਿੰਗ ਦਾ ਆਉਂਦਾ ਹੈ, ਠੀਕ ਹੈ, ਡੀਜ਼ਲ ਇੰਜਨ ਮਕੈਨੀਕਲ ਦਾ ਬਹੁਤ ਵਧੀਆ ਸਕਸੈਸ ਰੇਟ ਹੈ। ਆਹ ਕੋਰਸ ਮੈਂ ਤੁਹਾਨੂੰ ਦੱਸ ਰਿਹਾ, ਡੀਜ਼ਲ ਇੰਜਨ ਮਕੈਨਿਕ ਦਾ ਬਹੁਤ ਵਧੀਆ ਹੈ। ਔਰ ਹਰ ਕੋਈ ਤਾਂ ਕਹਿੰਦੇ ਆ ਕੈਨੇਡਾ ਵਿੱਚ ਟਰਾਲਾ ਚਲਾ ਰਿਹਾ, ਅਰਨਿੰਗ ਕਿੰਨੀ ਕਰ ਰਿਹਾ? ਇੱਕ ਨਾਰਮਲ ਮੇਰੇ ਹਿਸਾਬ ਨਾਲ ਡਾਕਟਰ ਤੋਂ ਜ਼ਿਆਦਾ ਅਰਨਿੰਗ ਉਹ ਕਰਦੇ ਆ। ਔਰ ਸਭ ਤੋਂ ਜ਼ਿਆਦਾ ਟੈਕਸ 45% ਇੱਕ ਟਰੱਕ ਡਰਾਈਵਰ ਨੂੰ ਟੈਕਸ ਪੈਂਦਾ ਹੈ ਕੈਨੇਡਾ ਦੇ ਵਿੱਚ। ਉਹਦੀ ਇਨਕਮ ਦਾ 45%, ਤਾਂ ਇਨਕਮ ਹੀ ਕਿੰਨੀ ਹੋਏਗੀ। ਲੇਕਿਨ ਉਹਦੇ ਵਾਸਤੇ ਸਾਨੂੰ ਉਸ ਚੀਜ਼ ਦੀ, ਉਸ ਫੀਲਡ ਦੀ ਨੌਲੇਜ ਹੋਣਾ ਜ਼ਰੂਰੀ ਹੈ। ਇੱਦਾਂ ਹੀ ਲੌਜਿਸਟਿਕ ਦੇ ਵਿੱਚ ਵੀ ਅੰਦਰ ਬਹੁਤ ਡਿਪਾਰਟਮੈਂਟ ਆ। ਆਪਾਂ ਐਰੋਨੌਟਿਕਲ ਵਿੱਚ ਜਾਂਦੇ ਹਾਂ, ਉਹਦੇ ਵੀ ਛੋਟੇ ਤੋਂ ਲੈ ਕੇ ਉੱਤੇ ਤੱਕ, ਪਾਇਲਟ ਤੋਂ ਨੀਚੇ ਵੀ ਬਹੁਤ ਜ਼ਿਆਦਾ ਕੋਰਸਿਸ ਹੈਗੇ, ਮੇਨਟੇਨੈਂਸ ਦੇ ਹੈਗਾ, ਕੇਬਿਨ ਕਰੂ ਦੇ ਹੈਗੇ। ਤਾਂ ਬੱਚਿਆਂ ਨੂੰ ਇਸ ਟਾਈਮ ਜੋ ਮੈਮ ਦਾ ਕੁਐਸਚਨ ਸੀਗਾ, ਸਾਰਿਆਂ ਨੂੰ ਇੱਕੋ ਹੀ ਗੱਲ ਦੱਸਣਾ, ਇੱਕ ਪਰਟੀਕੁਲਰ ਕੋਰਸ ਜੋ ਹੈਗਾ ਆ ਉਹਦੇ ਪਿੱਛੇ ਭੱਜਣ ਦੇ ਬਜਾਏ ਜੋ ਸਕਿਲਡ ਕੈਟਾਗਰੀ ਦੇ ਕੋਰਸ ਹੈਗਾ ਉਹਨਾਂ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ। ਜੀ ਬਿਲਕੁਲ। ਸੋ ਜ਼ਰੂਰ ਦੇਖੋ ਇਹ ਕੁਐਸਚਨ ਇਸ ਲਈ ਕੀਤਾ ਗਿਆ ਸੀ ਕਿਉਂਕਿ ਸਟੂਡੈਂਟਸ ਅਕਸਰ ਕੋਰਸ ਸਿਲੈਕਸ਼ਨ ਵੇਲੇ ਕਨਫਿਊਜ਼ ਹੋ ਜਾਂਦੇ ਨੇ। ਕਈ ਵਾਰੀ ਬੜੇ ਨਾਰਮਲ ਜਿਹੇ ਇਸ ਤਰ੍ਹਾਂ ਦੇ ਸਬਜੈਕਟਸ ਲੈ ਲੈਂਦੇ ਨੇ ਜਿਸ ਦੇ ਨਾਲ ਅੱਗੇ ਜਾ ਕੇ ਵੀ ਉਹਨਾਂ ਨੂੰ ਕੋਈ ਖਾਸ ਹੈਲਪ ਨਹੀਂ ਹੁੰਦੀ ਹੈ। ਸੋ ਜ਼ਰੂਰ ਜਿਵੇਂ ਹੁਣੇ ਸਰ ਨੇ ਦੱਸਿਆ ਕਿ ਸਕਿਲਡ ਆਪਣੇ ਆਪ ਨੂੰ ਬਣਾਉਣਾ ਚਾਹੀਦਾ। ਸੋ ਇਸ ਲਈ ਸਕਿਲਡ ਕੋਰਸਿਸ ਜੋ ਹੈ ਜ਼ਰੂਰ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਨੇ ਕੋਰਸ ਸਿਲੈਕਸ਼ਨ ਵੇਲੇ। ਸੋ ਜ਼ਰੂਰ ਮੈਂ ਚਾਹੂੰਗੀ ਕਿ ਆਪਾਂ ਹੁਣ ਪ੍ਰੋਗਰਾਮ ਦੇ ਅਖੀਰ ਤੱਕ ਜਿਵੇਂ ਪਹੁੰਚ ਚੁੱਕੇ ਹਾਂ, ਸੋ ਆਪਾਂ ਫਰੈਸ਼ ਸਟੂਡੈਂਟਸ ਦੀ ਵੀ ਗੱਲ ਕੀਤੀ ਹੈ, ਰਿਫਿਊਜ਼ਡ ਕੇਸਿਸ ਦੀ ਵੀ ਗੱਲ ਕਰ ਲਈ, ਸਕੂਲਿੰਗ ਵੀਜ਼ਾ ਦੀ ਵੀ ਗੱਲ ਕੀਤੀ ਹੈ, ਥੋੜਾ ਜਿਹਾ ਅਪਡੇਟ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਜ਼ਰੂਰ ਦਿਓ ਕਿ ਕਿਸ ਤਰ੍ਹਾਂ ਨਾਲ ਪ੍ਰੋਸੈਸ ਚੱਲ ਰਿਹਾ, ਕਿੰਨੇ ਕੁ ਟਾਈਮ ਦੇ ਵਿੱਚ ਜੋ ਹੈ ਵੀਜ਼ਾ ਲੱਗ ਕੇ ਆ ਰਿਹਾ। ਸਪਾਊਸ ਵੀਜ਼ਾ ਦੀ ਵੀ ਆਪਾਂ ਗੱਲ ਕਰ ਲਈ, ਕਿੰਨਾ ਕੁ ਪੋਜ਼ਿਟਿਵ ਰਿਜ਼ਲਟ ਹੈ ਔਰ ਕਿਹੜੀ ਪ੍ਰੋਫਾਈਲਸ ਨੂੰ ਬੈਸਟ ਮੰਨਦੇ ਹੋ? ਦੇਖੋ ਕੈਨੇਡਾ ਦਾ ਸਪਾਊਸ ਵੀਜ਼ਾ ਜੋ ਹੈਗਾ ਹੈ +2 ਪਾਸ ਆਊਟ ਬੱਚਾ ਲੈ ਸਕਦਾ ਹੈ ਜੀ। ਫਰੈਸ਼ ਮੈਰਿਜ ਉੱਤੇ ਵੀ ਹੋ ਜਾਂਦਾ ਹੈ। ਓਕੇ ਜੀ, ਡਿਪੈਂਡ ਕਰਦਾ ਹੈ ਕਿਹੜੀ ਕੈਟਾਗਰੀ ਤੇ ਬੱਚੇ ਨੇ ਜਾਣਾ। ਪ੍ਰੋਸੈਸਿੰਗ ਟਾਈਮ ਦੱਸ ਦਿੰਨਾ, ਫਾਈਲ ਲੱਗਣ ਤੋਂ ਬਾਅਦ ਜੀ ਇਹਦਾ ਪ੍ਰੋਸੈਸਿੰਗ ਟਾਈਮ ਜੋ ਹੈਗਾ ਉਹ ਦੈਟ ਇਜ਼ ਅਰਾਊਂਡ 34 to 40 ਡੇਜ਼। ਇੰਨੇ ਦਿਨਾਂ ਦੇ ਵਿੱਚ ਰਿਜ਼ਲਟ ਹੈ ਜੋ ਨਾ ਦੋਨੋਂ ਨੂੰ ਮਿਲੇਗਾ। ਔਰ EIFS ਕੋਈ ਵੀ ਸਪਾਊਸ ਕੇਸ ਫਰਦਾ, ਇਟ ਮੀਨਸ ਆਪਾਂ ਮੇਨ ਐਪਲੀਕੈਂਟ ਦੇ ਨਾਲ ਉਹਦੇ ਸਪਾਊਸ ਨੂੰ ਵੀ ਭੇਜਣਾ ਹੈ। ਤੇ ਤੁਸੀਂ ਜਾ ਸਕਦੇ ਹੋ ਮਾਰਕੀਟ 'ਚ ਵੀ ਇਹ ਵੀ ਗੱਲਾਂ ਹੈਗੀਆਂ ਵੀ +2 ਤੋਂ ਬਾਅਦ ਤਾਂ ਸਪਾਊਸ ਵੀਜ਼ਾ ਆਉਂਦਾ ਹੀ ਨਹੀਂ ਹੈ। ਉਹ ਤੁਸੀਂ ਸਾਡੇ ਪਿਛਲੇ ਸ਼ੋਅ ਦੇ ਵਿੱਚ ਵੀ ਵਿਕਾਸ ਔਰ ਤਮੰਨਾ ਦਾ ਆਪ ਮੂੰਹ ਜ਼ਬਾਨੀ ਸਾਡੇ ਫੇਸਬੁੱਕ ਪੇਜ ਤੇ ਵੀ ਦੇਖ ਸਕਦੇ ਹੋ, YouTube ਚੈਨਲ ਤੇ ਵੀ ਦੇਖ ਸਕਦੇ ਹੋ। ਉਹਨਾਂ ਨੂੰ ਹਰ ਕੰਸਲਟੈਂਟ ਨੇ ਕਿਹਾ ਸੀਗਾ ਕਿ ਤੂੰ ਆਪਣੀ ਵਾਈਫ ਦੀ ਫਾਈਲ ਕੋ ਖਰਾਬ ਕਰ ਰਿਹਾ, ਇਹਦਾ ਵੀਜ਼ਾ ਆਉਂਦਾ ਹੀ ਨਹੀਂ ਹੈ। EIFS ਨੇ ਉਹ ਵੀ ਵੀਜ਼ਾ ਲਿਆ ਕੇ ਦਿਖਾਇਆ। ਜ਼ਰੂਰਤ ਹੈ ਸਹੀ ਪ੍ਰੈਜੈਂਟੇਸ਼ਨ ਦੀ। ਸਪਾਊਸ ਕੇਸ ਦੇ ਵਿੱਚ ਜੇਕਰ ਤੁਸੀਂ STS ਚੈੱਕਲਿਸਟ ਵਿੱਚ ਵੀ ਪੈਂਦੇ ਹੋ ਫਿਰ ਵੀ ਫਾਈਨੈਂਸ਼ੀਅਲਸ ਦੀ ਲੋੜ ਪੈਂਦੀ ਹੈ, ਬਿਕੋਜ਼ ਸਾਨੂੰ ਹਸਬੈਂਡ ਦੇ ਵੀ ਫਾਈਨੈਂਸ਼ੀਅਲਸ ਦਾ ਸ਼ੋਅ ਕਰਨ ਦੀ ਪੈਣੀ ਹੈ ਨਾ। ਸੈਟਲਮੈਂਟ ਫੰਡਸ GIC ਤਾਂ ਮੈਮ ਇੱਕ ਬੱਚੇ ਦਾ ਗਿਆ ਨਾ ਜੋ ਸਟੂਡੈਂਟ ਹੈ, ਹਸਬੈਂਡ ਦੇ ਸੈਟਲਮੈਂਟ ਫੰਡਸ। ਇਸ ਕਰਕੇ ਉਸ ਫਾਈਲ ਦੀ ਪ੍ਰੈਜੈਂਟੇਸ਼ਨ ਬਹੁਤ ਅਲੱਗ ਢੰਗ ਦੀ ਹੈ। ਜ਼ਰੂਰਤ ਹੁੰਦੀ ਹੈ ਹਰ ਕੈਟਾਗਰੀ ਦਾ ਵੀਜ਼ਾ ਆਉਂਦਾ ਹੈ, ਹਰ ਪ੍ਰੋਫਾਈਲ ਦਾ ਵੀਜ਼ਾ ਆ ਸਕਦਾ। 35% ਪਾਸ ਆਊਟ ਕੋਈ ਬੱਚਾ ਹੈ ਉਹਦਾ ਵੀ ਵੀਜ਼ਾ ਆ ਸਕਦਾ ਹੈ। ਜ਼ਰੂਰਤ ਹੈ
ਫਾਈਲ ਦੀ ਸਹੀ ਪ੍ਰੈਜੈਂਟੇਸ਼ਨ ਦੀ। ਤਾਂ ਜੇਕਰ ਤੁਸੀਂ ਸਪਾਊਸ ਕੇਸ ਦੇ ਨਾਲ ਦੋਨੋਂ ਹੀ ਵੈਰੀ ਫਰਸਟ ਡੇ ਇਕੱਠੇ ਹੀ ਕੈਨੇਡਾ ਫਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਇੱਕ ਸਹੀ ਡੈਸਟੀਨੇਸ਼ਨ ਹੈਗਾ EIFS। ਜੀ ਬਿਲਕੁਲ। ਸੋ ਬਹੁਤ ਬਹੁਤ ਥੈਂਕਸ ਤੁਹਾਡਾ, ਤੁਸੀਂ ਧੰਨਵਾਦ ਕਾਫੀ ਜੀ। ਡਿਟੇਲ ਵਿੱਚ ਕੈਨੇਡਾ ਬਾਰੇ ਗੱਲ ਕੀਤੀ ਹੈ। ਕੋਈ ਸਵਾਲ ਹੋਵੇ ਇਸ ਨੰਬਰ ਤੇ ਜ਼ਰੂਰ ਕਾਲ ਕਰੋ ਤੇ EIFS ਇਮੀਗ੍ਰੇਸ਼ਨ ਦੀ ਟੀਮ ਨਾਲ ਟਾਈਮਲੀ ਕੰਟੈਕਟ ਕਰਕੇ ਸਹੀ ਰਸਤਾ ਚੁਣੋ। ਸੋ ਅੱਜ ਦੇ ਲਈ ਬਸ ਇੰਨਾ ਹੀ, ਅੱਗੋਂ ਫਿਰ ਤੁਹਾਡੇ ਲਈ ਹੋਰ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਧੰਨਵਾਦ।